ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਮੇਰੇ ਨਾਲ ਜੁੜ ਚੁੱਕੇ ਨੇ ਔਰ ਤੁਸੀਂ ਜਿੱਥੇ ਸ਼ਹੀਦਾਂ ਨੂੰ ਸਜਦਾ ਕਰਦੇ ਪਏ ਹੋ ਉੱਥੇ ਆਪਾਂ ਕ੍ਰਿਸਮਸ ਦੀਆਂ ਨਾਲ ਦੀ ਨਾਲ ਪਈ ਖੁਸ਼ੀਆਂ ਵੀ ਸਾਂਝੀਆਂ ਕਰ ਰਹੇ ਹਾਂ। ਨਵਾਂ ਵਰ੍ਹਾ ਆ ਰਿਹਾ ਹੈ, ਸੋ ਪਲੀਜ਼ ਜੇ ਤੁਸੀਂ ਕਿਤੇ ਫੰਕਸ਼ਨ 'ਤੇ ਜਾਣਾ ਹੈ ਤਾਂ ਅੱਜ ਕੱਲ੍ਹ ਉਬਰ ਜਾਂ ਟੈਕਸੀ ਕਾਲ ਕਰਕੇ ਤੁਸੀਂ ਆਪਣੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਬਿਲਕੁਲ ਉਸੇ ਤਰ੍ਹਾਂ ਬਰਕਰਾਰ ਰੱਖੋ। ਪਲੀਜ਼ ਡੋਂਟ ਡਰਿੰਕ ਐਂਡ ਡਰਾਈਵ, ਇੰਜੋਏ ਕਰੋ। ਔਰ ਕੋਵਿਡ-19 ਜਿਹੜਾ ਓਮੀਕਰੋਨ ਹੈ ਉਹ ਕਾਫੀ ਤੇਜ਼ੀ ਦੇ ਨਾਲ ਜਿਹੜਾ ਕੱਲ੍ਹ ਆਪਾਂ ਵੇਖਿਆ ਆਲਮੋਸਟ ਜੇ ਆਪਾਂ ਗਿਣ ਲਈਏ ਤਾਂ 11,000 ਕੇਸ ਓਨਟਾਰੀਓ ਦੇ ਵਿੱਚ ਕਹੇ ਜਾ ਸਕਦੇ ਨੇ। ਜੇ 10,000 ਤੋਂ ਉੱਤੇ ਨੇ ਤਾਂ ਫਿਰ ਇਹ ਕਿਆਸ ਰਾਈਆਂ ਪਹਿਲਾਂ ਵੀ ਕੀਤੀਆਂ ਗਈਆਂ ਨੇ। ਅਤੇ ਜੇ ਅਸੀਂ ਬ੍ਰਿਟੇਨ ਦੀ ਗੱਲ ਕਰੀਏ ਤਾਂ 1,24,000 ਤੋਂ ਉੱਤੇ ਮੈਂ ਵੇਖ ਰਿਹਾ ਸੀ ਕੇਸ ਜਿਹੜੇ ਕੈਲਕੂਲੇਟ ਕਰਕੇ ਪਿਛਲੇ 24 ਘੰਟਿਆਂ ਦੇ ਵਿੱਚ ਉੱਥੇ ਜਿਹੜੇ ਨੇ ਉਹਨਾਂ ਨੇ ਲਿਖੇ ਨੇ। ਸੋ ਇੱਥੇ ਵੀ ਜਿਹੜੀ ਆਪਾਂ ਤਿਆਤ ਵਰਤਣੀ ਹੈ ਇੰਡੀਆ ਦੇ ਵਿੱਚੋਂ ਵੀ ਦਿੱਲੀ ਦੇ ਵਿੱਚੋਂ ਵੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਜਿੱਥੇ ਜਿੱਥੇ ਇਹ ਯਾਤਰਾ ਕਰਦਾ ਨਾਲ ਜਿੱਥੇ ਜਾਣਾ ਇਹਨੇ ਉੱਥੇ ਆਪਣੇ ਬੀਜ ਤਾਂ ਖਿਲਾਰਨੇ ਖਿਲਾਰੇ। ਆਪਾਂ ਉਸੇ ਤਰ੍ਹਾਂ ਹੀ ਸੁਚੇਤ, ਨੱਕ ਗਲਾ ਸਾਫ਼, ਮਾਸਕ ਗਲਵ ਸੈਨੀਟਾਈਜ਼ਰ ਦਾ ਖਿਆਲ, ਦੈਟਸ ਇਟ। ਚੜ੍ਹਦੀ ਕਲਾ 'ਚ ਰਹੋ। ਅਤੇ ਆਓ ਮਿੰਟੂ ਜੀ ਮੇਰੇ ਨਾਲ ਹਾਜ਼ਰ ਨੇ, ਕੁਝ ਅਗਲੇ ਪਲ ਉਹਨਾਂ ਨਾਲ ਗੱਲਬਾਤ ਕਰਾਂਗੇ। ਮਿੰਟੂ ਜੀ ਵੈਲਕਮ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ? ਹਾਂਜੀ ਹਾਂਜੀ। ਦੋ ਤਿੰਨ ਵੱਡੇ ਸਵਾਲ ਨੇ। ਇੱਕ ਤਾਂ ਜਿਹੜਾ ਕਿਸਾਨਾਂ ਨੇ ਜਿਹੜਾ ਰਾਜੇਵਾਲ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਕੁਝ ਹੋਇਆ, ਕੁਝ ਉਸਨੂੰ ਮਾੜਾ ਕਹਿ ਰਿਹਾ, ਕੋਈ ਚੰਗਾ ਕਹਿ ਰਿਹਾ, ਡਜ਼ਨਟ ਮੈਟਰ, ਆਪੋ ਆਪਣੀ ਸੋਚ ਹੈ। ਤੁਹਾਡਾ ਨਜ਼ਰੀਆ ਜਾਣਨ ਦੀ ਕੋਸ਼ਿਸ਼ ਕਰਾਂਗੇ। ਪ੍ਰਤੀਕਰਮ ਲੋਕਾਂ ਨੇ ਦੇਣਾ ਹੋਵੇਗਾ 905 813 1320। ਔਰ ਚੰਡੀਗੜ੍ਹ ਦੇ ਵਿੱਚ ਜੋ ਕੁਝ ਹਾਲਾਤ ਇਸ ਵਕਤ ਆਮ ਆਦਮੀ ਪਾਰਟੀ ਦੀ ਜਿਹੜੀ ਮਿਊਨਸੀਪਲ ਚੋਣਾਂ ਦੇ ਵਿੱਚ ਜਿਹੜੀ ਹੈ ਜਿੱਤ, ਹਾਂਜੀ, ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਅਦਰ ਕਰਕੇ ਲਿਖਿਆ ਗਿਆ, ਅੱਗੇ ਪਾ ਕੇ ਤੱਕੜੀ ਅਦਰ ਇੱਕ। ਬਾਕੀ ਤੁਸੀਂ ਦੱਸ ਦਿਓ ਕੀ ਹਾਲਾਤ ਨੇ ਅਤੇ ਇਹਨੂੰ ਬੜੀ ਵੱਡੀ ਜਿੱਤ ਦੇ ਤੌਰ 'ਤੇ ਵੇਖ ਰਹੇ ਨੇ ਆਮ ਆਦਮੀ ਪਾਰਟੀ ਵਾਲੇ। ਹਾਂਜੀ, ਦੇਖੋ ਡੈਫੀਨੈਟਲੀ ਵੱਡੀ ਪਾਰਟੀ ਬਣ ਕੇ ਉੱਭਰੇ ਨੇ ਉੱਥੇ, ਤੇ ਪਰ ਭਾਜਪਾ ਉਹਨਾਂ ਪਿੱਛੇ ਹੀ ਹੈ। 12 ਉਹਨਾਂ ਦੀਆਂ, 14 ਇਹਨਾਂ ਦੀਆਂ, ਤੇ 8 ਮੇਰੇ ਖਿਆਲ ਦੇ ਨਾਲ ਕਾਂਗਰਸ ਦੀਆਂ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੈ। ਤੇ ਇਸ ਤਰ੍ਹਾਂ ਮਤਲਬ ਕਿ ਸਾਰੇ ਸਮੀਕਰਨ ਹੈ। ਤਾਂ ਬਿਲਕੁਲ ਆਮ ਆਦਮੀ ਪਾਰਟੀ ਕੋਲ ਬੜੀ ਇਸ ਚੀਜ਼ ਦਾ ਕਹਿ ਲਓ ਕਿ ਸਬੱਬ ਹੈ ਕਿ ਖੁਸ਼ੀ ਮਨਾ ਸਕਦੇ ਹੈ, ਕਿਉਂਕਿ ਬਹੁਤ ਵੱਡੀ ਉਹਨਾਂ ਦੀ ਸਫਲਤਾ ਹੈ। ਪਰ ਮੈਂਡੇਟ ਨਹੀਂ ਹੈ, ਕਲੀਅਰਲੀ ਉਹਨਾਂ ਨੂੰ ਮੈਂਡੇਟ ਨਹੀਂ ਮਿਲਿਆ ਨਾ, ਕਿਉਂਕਿ 35 ਦੇ ਵਿੱਚ ਉਹਨਾਂ ਨੂੰ 18 ਚਾਹੀਦੀਆਂ ਨੇ। ਤਾਂ ਬਹਰਹਾਲ ਉੱਥੇ ਹੁਣ ਕਸੂਤੀ ਪੋਜੀਸ਼ਨ ਹੈ। ਦੇਖੋ ਜੋੜ ਤੋੜ ਦਾ ਕੀ ਹਿਸਾਬ ਕਿਤਾਬ ਲੱਗਦਾ, ਦਿਲਚਸਪ ਪਰਿਸਥਿਤੀ ਹੈ। ਬਿਲਕੁਲ, ਆਪ 14, ਭਾਜਪਾ 12, ਕਾਂਗਰਸ 8। ਹੁਣ ਕਿਹਦੇ ਨਾਲ ਜਾਊਗੀ ਕਾਂਗਰਸ? ਭਾਜਪਾ ਨਾਲ ਨਹੀਂ ਜਾ ਸਕਦੀ। ਕੀ ਲੱਗਦਾ ਤੁਹਾਨੂੰ? ਕਾਂਗਰਸ ਭਾਜਪਾ ਦਾ ਕੰਬੀਨੇਸ਼ਨ ਤਾਂ ਨਹੀਂ, ਪਰ ਕਾਂਗਰਸ ਤੇ 2-4 ਬੰਦੇ ਤੇ ਭਾਜਪਾ 'ਚ ਜਾ ਸਕਦੇ ਹੋ ਤੇ ਅੱਗੇ ਵੀ ਚਲੇ ਜਾਂਦੇ ਆ। ਚਲੋ, ਆਮ ਆਦਮੀ ਪਾਰਟੀ ਵਾਲੇ ਵੀ ਆ ਸਕਦੇ ਆ, ਕੋਈ ਚੱਕਰ ਨਹੀਂ ਹੈਗਾ। ਤੇ ਅਕਾਲੀ ਦਲ ਵਾਲਾ ਵੀ ਆ ਸਕਦਾ, ਕਿਉਂਕਿ ਦਿੱਲੀ ਦੇ ਵਿੱਚ ਸਰਸਾ ਤੇ ਅੱਧੀ ਤੋਂ ਜ਼ਿਆਦਾ ਇਹਨਾਂ ਦੀ ਕਮੇਟੀ ਨਹੀਂ ਲੈ ਗਿਆ ਅਮਿਤ ਸ਼ਾਹ ਦੇ ਘਰੇ। ਇਹ ਵੀ ਗੱਲ ਤੁਹਾਡੀ ਸਹੀ ਹੈ। 905 813 1320 905 813 1320 ਤੇ ਦੋਸਤੋ ਤੁਸੀਂ ਕਾਲ ਕਰਨੀ ਹੋਵੇ ਤਾਂ ਸਵਾਲ ਕਰ ਸਕਦੇ ਹੋ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਜਿਹੜੀ ਫੇਰੀ ਹੈ, ਪਹਿਲਾਂ ਮੇਰੇ ਖਿਆਲ 'ਚ 25 ਦੀ ਸੀਗੀ ਅਤੇ ਹੁਣ 5 ਜਨਵਰੀ ਨੂੰ ਇੱਕ ਬਹੁਤ ਵੱਡਾ ਦਿਨ ਹੈ। ਵੈਸੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਦਾ ਜਿਹੜਾ ਇੱਥੇ ਆਪਾਂ ਹੁਣ ਸ਼ਹਾਦਤਾਂ ਭਰੇ, ਕੁਰਬਾਨੀਆਂ ਭਰੇ ਦਿਨ ਨੇ 21 ਤੋਂ ਲੈ ਕੇ 27। ਵੈਸੇ ਸਾਰੇ ਦਿਨ ਹੀ ਜਿਹੜੇ ਚੱਪੇ ਚੱਪੇ 'ਤੇ ਸ਼ਹੀਦਾਂ ਦੇ ਦਿਨ ਨੇ। ਔਰ 5 ਜਨਵਰੀ ਜੇ ਆਪਾਂ ਵੇਖੀਏ ਤਾਂ ਵੱਡਾ ਦਿਨ ਮਨਾਇਆ ਜਾਂਦਾ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਦਾ ਆਗਮਨ ਪੁਰਬ ਵੀ ਹੈ ਅਤੇ ਨਰਿੰਦਰ ਮੋਦੀ ਸਾਹਿਬ ਆ ਰਹੇ ਨੇ ਪੰਜਾਬ ਦੀ ਫੇਰੀ 'ਤੇ। ਇਹ 'ਤੇ ਤੁਹਾਡਾ ਕੀ ਨਜ਼ਰੀਆ, ਕੀ ਕਹਿਣਾ ਚਾਹੋਗੇ? ਵੱਡੇ ਅਨਾਊਂਸਮੈਂਟ ਹੋ ਸਕਦੀ ਹੈ? ਹਾਂਜੀ ਬਿਲਕੁਲ ਬਿਲਕੁਲ ਹੋਣਗੇ ਜੀ। ਉਹਦਾ ਕਾਰਨ ਇੱਕ ਇਹ ਹੈ ਕਿ ਦੇਖੋ ਜਦੋਂ ਵੀ ਇਸ ਤਰ੍ਹਾਂ ਦਾ ਇਲੈਕਸ਼ਨ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਜ਼ਰੂਰ ਜਾਂਦੀ ਹੈ ਉੱਥੇ ਜਾ ਕੇ, ਫਿਰ ਪ੍ਰਧਾਨ ਮੰਤਰੀ ਖੁਦ ਯੋਜਨਾਵਾਂ ਉੱਥੇ ਲੋਕਾਂ ਨੂੰ ਸਮਰਪਿਤ ਵੀ ਕਰਦੇ ਆ, ਨੀਂਹ ਪੱਥਰ ਵੀ ਰੱਖਦੇ ਆ, ਪੈਕੇਜ ਵੀ ਦਿੰਦੇ ਆ। ਇਹ ਉਹਨਾਂ ਦਾ ਸਟਾਈਲ ਹੈ, ਜਾਂ ਕਹਿ ਲਓ ਕਿ ਜ਼ਰੂਰਤ ਵੀ ਹੁੰਦੀ ਹੈ ਰਾਜਨੀਤੀ ਦੀ। ਤਾਂ ਬਿਹਾਰ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡਾ ਪੈਕੇਜ ਦਿੱਤਾ ਸੀਗਾ, ਪਰ ਬਿਹਾਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਫਾਈਟ ਵੀ ਜ਼ਬਰਦਸਤ ਹੋਈ ਸੀਗੀ, ਉੱਥੇ ਬਹੁਤ ਜ਼ਬਰਦਸਤ ਫਾਈਟ ਹੋਈ ਸੀਗੀ। ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਵੀ ਬਹੁਤ ਸਾਰੀਆਂ ਯੋਜਨਾਵਾਂ ਇਹਨਾਂ ਨੇ ਉਹ ਲਿਖੀਆਂ, ਮੁੜ ਕੇ ਉਹਨਾਂ ਨੂੰ
कह लो कि लोगों ने समर्पित भी किया। वैसे वो पिछली सरकार वाले पहले तो साडियां ही बनाईਆਂ योजनावां ਨੂੰ समर्पित करी ਜਾਂਦੇ ਆ। ਤੇ ਗੱਲ ਇਹ ਆ ਕਿ ਦੇਖੋ ਜਿੰਨਾ ਕੁ ਵੋਟਾਂ ਦੀ ਝਾਕ ਹੈ ਉਹ ਤੇ ਭਾਜਪਾ ਨੂੰ ਪਤਾ ਹੀ ਹੈ ਕਿ ਕਿੱਥੋਂ ਕੁ ਤੱਕ ਜਾਣਾ ਹੈ ਕਿ ਉਹਨਾਂ ਦੀ ਬਹੁਤ ਵੱਡੀ ਛਲਾਂਗ ਤੇ ਨਹੀਂ ਹੋਏਗੀ, ਪਰ ਇੰਨਾ ਜ਼ਰੂਰ ਹੈ ਕਿ 22-27 ਵਾਸਤੇ ਰਸਤੇ ਖੋਲ ਦੇਣਗੇ ਉਹਨਾਂ ਨੇ। ਇਹ ਗੱਲ ਮੈਂ ਕਹਿ ਰਿਹਾ, 22-27 ਵਾਸਤੇ ਭਾਜਪਾ ਲਈ ਰਸਤੇ ਖੋਲ ਦੇਵੇਗਾ। ਤੇ ਕਿਉਂ ਕਹਿ ਰਿਹਾ, ਇਹਦੇ ਕਾਰਨ ਅੱਗੇ ਤੁਸੀਂ ਆਪਣੇ ਆਪ ਹੀ ਜਾਣ ਗਏ ਆ। ਦੂਜੀ ਚੀਜ਼ ਜਿਹੜੀ ਆ ਕਿ ਇੱਕ ਹੋਰ ਵੀ ਹੈ, ਇੱਕ ਵੋਟਾਂ ਨਹੀਂ ਦੇਖਣੀਆਂ ਆਪਾਂ, ਵੋਟਾਂ ਦੇ ਨਾਲ ਇੱਕ ਚੀਜ਼ ਹੋਰ ਦੇਖਣੀ ਹੈ ਕਿ ਸਿੱਖਾਂ ਲਈ ਇੱਕ ਅਲੱਗ ਹੇਜ ਜਿਹੜੇ ਹੈ ਨਾ ਪ੍ਰਧਾਨ ਮੰਤਰੀ ਉਹ ਦਿਖਾਉਂਦੇ ਨੇ ਸਮੇਂ ਸਿਰ। ਉਹ ਕਹਿ ਲਓ ਕਿ ਧਾਰਮਿਕ ਸਥਾਨ ਤੇ ਵੀ ਜਾਂਦੇ ਨੇ ਸਿੱਖਾਂ ਦੇ, ਆਮ ਮਤਲਬ ਕਿ ਜਦੋਂ ਗੁਰਪੁਰਬ ਵਗੈਰਾ ਹੁੰਦੇ ਨੇ, ਦਿਨ ਤਿਉਹਾਰ ਹੁੰਦੇ ਨੇ, ਵਧਾਈ ਸੰਦੇਸ਼ ਵੀ ਦੇ ਦਿੰਦੇ ਨੇ। ਉਹਨਾਂ ਨੇ ਜਿਹੜੇ 3 ਕਾਨੂੰਨ ਰੱਦ ਕੀਤੇ ਸਨ ਉਹ ਵੀ ਸਿੱਖਾਂ ਦੇ ਕਹਿ ਲਓ ਕਿ ਬਹੁਤ ਵੱਡੇ ਤਿਉਹਾਰ ਤੇ ਕੀਤਾ ਸੀ ਸਾਰਾ ਕੁਛ। ਫਿਰ ਉਹਨਾਂ ਨੇ ਪੰਫਲੈਟ ਛਪਾਏ, ਕਿਤਾਬ ਛਪਾਏ, ਬਹੁਤ ਕੁਛ ਕੀਤਾ ਉਹਨਾਂ ਨੇ। ਮਤਲਬ ਕਿ ਉਹ ਕਹਿੰਦੇ ਨੇ ਕਿ ਸਿੱਖਾਂ ਲਈ ਨਰਿੰਦਰ ਮੋਦੀ ਦੀ ਭਾਵਨਾ ਬੜੀ ਵੱਡੀ ਆ, ਬੜੀ ਉਹ ਸਾਫ਼ ਹੈ। ਐਸਾ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਹੈ। ਤਾਂ ਉਹ ਇਸ ਚੀਜ਼ ਨੂੰ ਇੱਕ ਹੋਰ ਲਾਗੇ ਦੇ ਵਜੋਂ ਲੈਂਦੇ ਨੇ ਕਿ ਅਸੀਂ ਘੱਟ ਗਿਣਤੀਆਂ ਦੇ ਕੋਈ ਦੁਸ਼ਮਣ ਨਹੀਂ ਹੈਗੇ, ਅਸੀਂ ਘੱਟ ਗਿਣਤੀਆਂ ਦੇ ਕੋਈ ਦੁਸ਼ਮਣ ਨਹੀਂ ਹੈਗੇ। ਮਤਲਬ ਕਿ ਜੋ ਮਿੱਥ ਬਣੀ ਹੈ ਕਿ ਅਸੀਂ ਘੱਟ ਗਿਣਤੀਆਂ ਨੂੰ, ਅਕਲੀਅਤਾਂ ਨੂੰ ਅਸੀਂ ਦਬਾਉਂਦੇ ਹਾਂ, ਕੁਚਲਦੇ ਹਾਂ, ਐਸਾ ਕੁਛ ਨਹੀਂ। ਸੋ ਉਹਨਾਂ ਦਾ ਪੰਜਾਬ ਦੇ ਪਰਸਪੈਕਟਿਵ ਤੋਂ ਤੁਸੀਂ ਦੇਖੋਗੇ ਤਾਂ ਇੱਥੇ ਆ ਕੇ ਠੀਕ ਹੈ ਪੈਟਰਨ ਤਾਂ ਉਹੀ ਰਹਿੰਦਾ, ਦਫਾ ਦਿੱਤਾ ਜਾਂਦਾ, ਅਨਾਉਂਸਮੈਂਟ ਹੁੰਦੀ ਆ ਰਾਜਨੀਤਿਕ ਮਫਾਦਾਂ ਵਾਸਤੇ, ਪਰ ਇੱਥੇ ਆ ਕੇ ਕਹਿ ਲਓ ਕਿ ਉਹਨਾਂ ਦਾ ਜਿਹੜਾ ਗੋਲ ਹੁੰਦਾ ਉਹ ਪੂਰੇ ਨਿਬੰਧ ਬਣ ਜਾਂਦਾ ਕਿਤੇ ਨਾ ਕਿਤੇ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਜਿਹੜੀ ਤੁਸੀਂ ਗੱਲ ਕਹੀ ਹੈ ਕਿ ਉਹ ਹੇਜ, ਉਸ ਹੇਜ ਦੇ ਵਿੱਚ ਜੋ ਕੁਝ ਹੋਰ ਛੁਪਿਆ ਹੁੰਦਾ ਹੈ, ਸ਼ਾਇਦ ਉਹ ਸੁਚੇਤ ਜਥੇਬੰਦੀਆਂ ਜਿਹੜੀਆਂ ਨੇ ਆਵਾਜ਼ ਤੇ ਉਠਾਉਂਦੀਆਂ ਨੇ, ਪਰ ਫਿਰ ਕੁਝ ਕੁ ਦਿਨ ਰੌਲਾ ਰੱਪਾ ਪਾ ਕੇ ਤੇ ਫਿਰ ਸ਼ਾਂਤ ਹੋ ਕੇ ਬਹਿ ਜਾਂਦੀਆਂ ਨੇ। ਜਾਂ ਤਾਂ ਉਹਨਾਂ ਦੇ ਮਤਲਬ ਚਾਬੀ ਉਨੀ ਕਾਕਾ ਭਰਦੇ ਨੇ, ਜਾਂ ਉਹਨਾਂ ਦੀ ਤਾਕਤ ਹੀ ਉਨੀ ਕੁ ਹੁੰਦੀ ਕਿ ਉਹਨਾਂ ਕੀ ਬੜਾ ਜਿਹੜਾ ਹੈ ਖਾ ਕੇ ਬਹਿ ਜਾਂਦੇ ਨੇ। ਜੇ ਗੱਲ ਕਰੀਏ ਰਮਾਇਣ ਬਾਰੇ ਤਾਂ ਰਮਾਇਣ ਦੇ ਉੱਤੇ ਵੀ ਜਦੋਂ ਇਹਨਾਂ ਨੇ ਬੋਲਿਆ ਉਦੋਂ ਵੀ ਇਹ ਹੇਜ ਸੀਗਾ ਜੀ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਆਪਣੇ ਗੁਰੂ ਨਾਨਕ ਮਹਾਰਾਜ ਦੇ ਗੁਰਪੁਰਬ ਦੇ ਮੌਕੇ 'ਤੇ ਜਦੋਂ ਵਾਪਸ ਲੈਂਦੇ ਨੇ ਇਹ ਬਿੱਲ ਦੇਹ ਸ਼ਿਵਾ ਬਰ ਮੋਹੇ, ਇਹ ਉਹ ਸਾਰਾ ਚੇਂਜ ਕਰਕੇ ਦੇਵੀ ਪੂਜਕ ਬਣਾ ਕੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੂੰ ਰੱਖ ਦਿੱਤਾ, ਕਿਸੇ ਨੇ ਨਾ ਨਹੀਂ ਕੀਤੀ। ਰਮਾਇਣ ਉਦੋਂ ਰੌਲਾ ਰੱਪਾ ਪਿਆ, ਸਿਰਸੇ ਵਰਗੇ ਵੀ ਮਾੜੇ ਮੋਟੇ ਛਲਾਂਗਾਂ ਜੀਆਂ ਮਾਰੀਆਂ, ਪਰ ਆਰਾਮ ਨਾਲ ਬਹਿ ਕੇ ਪਤਾ ਇਹ ਨਹੀਂ ਪਤਾ ਕਿ ਉਹ ਜਿਹੜੀ ਖੇਡ ਖੇਡੀ ਜਾ ਰਹੀ ਹੈ ਉਸੇ ਹੀ ਬਾਣੇ ਦੇ ਵਿੱਚ ਖੇਡੀ ਜਾ ਰਹੀ ਹੈ। ਖੈਰ ਕਿਤਾਬ 'ਚ ਤੁਸੀਂ ਹੁਣ ਜਿਹੜੇ ਦਿੱਤੇ ਨੇ ਇਹਨਾਂ ਕਿਤਾਬਾਂ ਦੇ ਵਿੱਚ ਜੋ ਇਤਿਹਾਸ ਦੇ ਵਿੱਚ ਗਦਲਾਪਨ ਦਿਖਾਇਆ ਜਾ ਰਿਹਾ ਹੈ, ਜੋ ਇਤਿਹਾਸ ਲਿਖ ਦਿੱਤਾ ਗਿਆ, ਉਹ ਵੀ ਹੇਜ ਦੇ ਵਿੱਚ ਆ ਕੇ ਹੀ ਸਾਡੀ ਜਿਹੜੀ ਕੌਮ ਨੂੰ ਦਿੱਤਾ ਗਿਆ ਰਿਹਾ, ਉਹ ਤੁਸੀਂ ਦੇਖ ਚੁੱਕੇ ਹੋ। ਖੈਰ ਹੁਣ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਗੁਰਪੁਰਬ ਦੇ ਮੌਕੇ 'ਤੇ ਅਰਦਾਸੇ ਆਉਣੇ ਸ਼ੁਰੂ ਹੋ ਗਏ ਨੇ ਬੰਦੀ ਸਿੰਘਾਂ ਦੇ। ਕੱਲ੍ਹ ਉਹ ਅਰਦਾਸੇ ਹੌਲੀ ਹੌਲੀ ਹੁਣ ਜਿਹੜੇ ਨੇ ਉਹ ਜਿਵੇਂ ਚਾਲਾਂ ਚੱਲਣ ਵਾਲੀਆਂ ਨੇ ਸ਼ੁਰੂ ਹੋ ਗਈਆਂ ਨੇ, ਅਰਦਾਸਾਂ ਪੂਰੀਆਂ ਹੋਣਗੀਆਂ, ਬੰਦੀ ਸਿੰਘ 2-4 ਛੱਡੇ ਜਾਣਗੇ, ਪੰਜਾਬ ਨੂੰ ਇੱਕ ਵੱਡਾ ਸਾਰਾ ਪੈਕੇਜ ਦਿੱਤਾ ਜਾਊਗਾ, ਪੰਜਾਬੀਆਂ ਨੂੰ ਖੁਸ਼ ਕਰਨ ਵਾਸਤੇ ਜਿਹੜਾ ਹੈ ਤੁਸੀਂ ਕਿਹਾ ਕਿ ਹੇਜ ਸਿੱਖਾਂ ਦਾ ਫਿਰ ਪਾ ਲਿਆ ਜਾਊਗਾ, ਕੁਝ ਵੱਡੀ ਅਨਾਉਂਸਮੈਂਟ ਕੀਤੀ ਜਾਊਗੀ। ਚਲੋ ਬੱਲੇ ਬੱਲੇ ਹੋ ਕੇ ਤੇ ਜਿਹੜਾ ਤੁਸੀਂ 22 ਨੂੰ ਕਹਿ ਰਹੇ ਹੋ ਕਿ 27 ਇਹ ਰਾਤ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਦੇ ਵਿੱਚ ਕਈ ਵਾਰ ਕਹਿ ਚੁੱਕੇ ਕਿ 22-27 ਦਾ ਰਾਹ ਖੁੱਲ੍ਹੇਗੀ, ਪਰ ਮੈਨੂੰ ਲੱਗਦਾ 22 ਵੀ ਬਹੁਤ ਵੱਡਾ ਜਿਹੜੀ ਹੈ ਭਾਜਪਾ ਪੰਜਾਬ ਦੇ ਵਿੱਚ ਬਹੁਤ ਵੱਡਾ ਗੁੱਲ ਖਿਲਾਵੇਗੀ, ਜਿਹੜੀ ਕਿ ਰਾਜਨੀਤੀ ਦਾ ਇੱਕ ਉਹਨਾਂ ਦਾ ਹੱਕ ਵੀ ਹੈ ਤੇ ਉਹਨਾਂ ਨੂੰ ਮਿਲਣਾ ਵੀ ਚਾਹੀਦਾ ਜੇ ਵਾਕਿਆ ਹੀ ਪੰਜਾਬ ਪ੍ਰਤੀ ਸੁਚੇਤ ਹੋ ਕੇ ਪੰਜਾਬੀਆਂ ਨੂੰ ਭਰਮਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਪਰ ਨਾਲ ਜਿਹੜਾ ਸਿੱਖੀ ਹੇਜ ਹੈ ਉਹ ਤਾਂ ਉਛਾਲਾ ਹੀ ਮਾਰਦਾ। ਉਹ ਸੁਚੇਤ ਮਨ ਜਿਹੜੇ ਨੇ ਉਹਨਾਂ ਨੂੰ ਪਤਾ ਹੈ, ਤੁਹਾਡਾ ਸਹਿਮਤ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈ। ਸੁਚੇਤ ਮਨ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਹੇਜ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ। ਵੌਇਸ ਆਫ CJMR 1320 ਮੀਟਰ ਬੈਂਡ ਤੇ ਦੋਸਤੋ, ਅਗਰ ਤੁਹਾਡਾ ਕੋਈ ਕੁਐਸਚਨ ਹੋਵੇ 905 813 1320 905 813 1320। ਗੁੜ ਨਾਲ ਜ਼ਹਿਰ ਜਿਹੜਾ ਹੈ ਉਹ ਜ਼ਿਆਦਾ ਚਿਰ ਸਵਾਦ ਨਹੀਂ ਲੱਗਦਾ ਹੁੰਦਾ, ਰੰਗ ਦਿਖਾਉਣਾ ਸ਼ੁਰੂ ਕਰ ਦਿੰਦਾ। ਕਿਸਾਨ ਜਥੇਬੰਦੀਆਂ ਡਕੌਤਾ ਨੇ ਰਾਜੇਵਾਲ ਹੋਰਾਂ ਨਾਲ ਤੁਰੰਤ ਨਾ ਕਰ ਦਿੱਤੀ ਹੈ। ਜਥੇਬੰਦੀਆਂ ਚੋਣ ਲੜਨ ਲੱਗੀਆਂ ਨੇ
ਇਹਨਾਂ ਦੇ ਹੱਕ ਦੇ ਵਿੱਚ ਵੀ ਕਈ ਆ ਗਏ ਨੇ, ਵਿਰੋਧ ਵਿੱਚ ਵੀ ਕਈ ਆ ਗਏ ਨੇ। ਉੱਧਰ ਤੋਮਰ ਸਾਹਿਬ ਕਹਿੰਦੇ ਨੇ ਕਿ ਬਿੱਲ ਦੁਬਾਰਾ ਆਉਣਗੇ, ਆਉਂਦੇ ਆ ਜਾਂ ਨਹੀਂ ਆਉਂਦੇ, ਪਰ ਕਿਸਾਨ ਜਥੇਬੰਦੀਆਂ ਕੀ ਮੁੜ ਕੇ ਇਹੋ ਜਿਹਾ ਵੱਡਾ ਜਿਹੜਾ ਹੈ ਇਕੱਠ ਮੋਰਚਾ ਲਾ ਸਕਣਗੀਆਂ ਜਾਂ ਨਹੀਂ, ਇਹ ਇੱਕ ਸਮੇਂ ਦੀ ਬੁੱਕਲ 'ਚ ਹੋਏਗਾ। ਪਰ ਫਿਲਹਾਲ ਜੋ ਇਹਨਾਂ ਦੀ ਆਪਸ ਵਿੱਚ ਵੰਡੀ ਪੈ ਗਈ ਹੈ ਜਥੇਬੰਦੀਆਂ ਦੀ, ਇਹਦੇ 'ਤੇ ਤੁਹਾਡਾ ਕੀ ਨਜ਼ਰੀਆ, ਕੀ ਕਹਿਣਾ ਚਾਹੋਗੇ? ਹਾਂਜੀ, ਤੁਹਾਡੀ ਗੱਲ ਤੇ ਕਿ ਤੋਮਰ ਨੇ ਜਿਹੜਾ ਬਿਆਨ ਦਿੱਤਾ ਸੀ, ਬਾਅਦ ਦੇ ਵਿੱਚ ਉਹਨੇ ਕਲੈਰਿਟੀ ਦਿੱਤੀ ਹੈ ਉਹਦੇ ਵਿੱਚ ਕਿ ਉਹ ਮੈਂ ਇਸ ਤਰ੍ਹਾਂ ਨਹੀਂ ਸੀ ਕਿਹਾ, ਮੇਰਾ ਬਿਆਨ ਤੋੜਿਆ ਮਰੂ ਰਹਿ ਗਿਆ, ਐਸਾ ਕੋਈ ਕਾਨੂੰਨ ਨਹੀਂ ਆਏਗਾ। तो दूजी चीज जी है किसान जथेबंदियां च, क्योंकि जिस दिन इन्होंने पार्टी अनाउंस की थी उस दिन कुछ जथेबंदियां का जिक्र किया विशेष तौर पर दिखाने वालियां का कि ये कुछ दिनों तक तुसीं देखियो साडे नाल होणगे। तो अज उन्होंने मीटिंग की, क्योंकि बूटा सिंह होरां ने उस दिन ही कहा कि देखो असीं पहला ना एक मीटिंग लवांगे क्योंकि साडा संविधान ऐसा करने की इजाजत नहीं दिंदा, ते उस तो बाद साडा फैसला होगा। बहरहाल उन्होंने मीटिंग की तो जो निर्णय अज कढ़िया उन्होंने वो यो है कि देखो असी इन्हां दे नाल नहीं जुड़ सकते, परंतु नाल उन्होंने ये गल कही है कि असी इन्हां दा विरोध भी नहीं करांगे। दो ही चीज़ां कह दी उन्होंने कि एक तो असी नाल नहीं चलांगे, मतलब कि असी राजनीति च नहीं आ रहे, और जिहड़े जा रहे ने असी उन्हां दी मुखालफत भी नहीं करांगे, रवायती धिरां नूं सगों घेरांगे। तां दिखाउंदा दा ये स्टांस जिहड़ा वा तो क्लीयर हो गया। हुण तां टोटली जिद्दां कह लो कि सारी तस्वीर जिहड़ी आ निकल गई है। 5-6 तरह दीयां हैगियां ने जिहड़ियां कह लो कि साइड ते ने या कह लो लीक दे दूजे पासे ने। एक दिखाउंदा इदां दी जथेबंदी आ गई सामने जो ना हक च है ना विरोध दे विच है। सो तस्वीर तकरीबन साफ है कि किसान जथेबंदियां अपना जिहड़ा ये मोर्चा बना के चलियां ने, ਉਹਦੇ ਵਿੱਚ 2-3 ਵੱਡੀਆਂ ਧਿਰਾਂ ਤੋਂ ਇਲਾਵਾ 3-4 ਧਿਰਾਂ ਛੋਟੀਆਂ ਨੇ ਜਿਹੜੀਆਂ ਉਹ ਬਾਹਰ ਰਹਿ ਗਈਆਂ। ਹੁਣ ਨਫਾ ਨੁਕਸਾਨ ਕੀ ਹੋਏਗਾ ਉਹ ਤੇ ਸਮਾਂ ਦੱਸੇਗਾ ਕਿਸ ਤਰੀਕੇ ਨਾਲ ਇਹਨਾਂ ਨੂੰ ਰਿਸਪੌਂਸ ਮਿਲਦਾ, ਕਿਉਂਕਿ ਹਾਲੇ ਤੇ ਜੰਮੀ ਹੈ ਪਾਰਟੀ, ਹਾਲੇ ਨੇ ਰਿੜਨਾ ਫਿਰ ਤੁਰਨਾ ਫਿਰ ਬੰਦਾ ਉੱਡਦਾ ਵੀ ਹੈ। ਦੇਖਦੇ ਆ ਕਿ ਕਿਸ ਤਰ੍ਹਾਂ ਅੱਗੇ ਰਿਸਪੌਂਸ ਹਾਸਲ ਕਰਦੇ ਆ। परंतु मेरे ख्याल के नाल तां ही फायदा सी, तभी फायदा सी जे सारे एकमत हो के चलदे। हुण जिस तरह माझे दे विच उन्हां दी एक बहुत वड्डी जथेबंदी है जिहदा आ रहा तो वो अड रह गए, और उन्हां दे नाल ते वैसे भी इन्हां दी तलख गुलामी होई है। ते दूजे पासे मालवे दे विच जिहड़े मालवे दे विच तकरीबन 68-69 सीटां होंदियां ने, तो ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਜਥੇਬੰਦੀ ਉਹ ਵੀ ਬਾਹਰ ਰਹਿ ਗਈ। ਇਹ ਸਾਰੇ ਸਮੀਕਰਨ ਨੇ, ਕਿਉਂਕਿ ਦੇਖੋ ਆਖਰ ਨੂੰ ਤਾਂ ਵੋਟਾਂ ਨੇ ਸੀਟਾਂ ਕੱਢਣੀਆਂ ਹੁੰਦੀਆਂ ਨੇ, ਪਰ ਜਿਹੜੀ ਵੀ ਪਾਰਟੀ ਇੱਥੇ ਸੀਟਾਂ ਸ਼ੁਰੂ ਕਰੇਗੀ ਨਾ, ਸੀਟ ਮੇਰੀ ਗੱਲ ਯਾਦ ਰੱਖ ਲਿਓ, ਘੱਟੋ ਘੱਟ ਨੂੰ 20% ਵੋਟ ਸ਼ੇਅਰ ਚਾਹੀਦਾ, 1 ਤੋਂ 5, 5 ਤੋਂ 10 ਉਹ ਫਿਰ ਅੱਗੇ ਤੈਅ ਹੁੰਦਾ। ਤਾਂ ਮਿਨੀਮਮ 20% ਵੋਟ ਸ਼ੇਅਰ ਚਾਹੀਦਾ। ਉਹ ਵੋਟ ਸ਼ੇਅਰ ਕਿਵੇਂ ਹਾਸਲ ਕੀਤਾ ਜਾਂਦਾ ਆ, किस तरह अलायंस करते हैं, ही हिसाब किताब होएगा। सो गुंजलदार परिस्थिति है इस वेले पंजाब के इलैक्शन की। हाँ, किसान जथेबंदियां नुकसान जरूर करनगियां, कुछ सीटां के नतीजे भी बदलणगियां, पर जिहड़ी एकमत हो के जां कह लो इकजुट हो के सफलता हासिल की जा सकती सी, वैसी नहीं हासिल कर पाएंगे। थोड़ी जी कड़कन वाली गल है, हकीकत है, दर हकीकत है। ਬਾਬਾ ਰੁਲਦਾ ਸਿੰਘ ਮਾਨਸਾ ਕਹਿੰਦਾ ਕਿ ਸਿੱਧੂ ਮੂਸੇਵਾਲੇ ਦੇ ਸਾਹਮਣੇ ਮੈਨੂੰ ਖੜਾ ਕਰੋ, ਵੇਖੋ ਕਿੱਦਾਂ ਰੁਲਦਾ। ਨਹੀਂ ਦੇਖੋ ਉੱਥੇ ਚਲੋ ਕੋਈ ਗੱਲ ਨਹੀਂ ਹੈ, ਉਹ ਤਾਂ ਪਤਾ ਲੱਗ ਜੂਗਾ। ਇਹ ਘੋੜੇ ਦਾ ਮੈਦਾਨ ਆ। ਸਿੱਧੂ ਮੂਸੇਵਾਲੇ ਨਾਲ ਵੀ ਲੋਕ ਬਹੁਤ ਨੇ, ਉਹਦੇ ਨਾਲ ਵੀ ਖੁੰਡੇ ਵਾਲੇ ਨਾਲ ਵੀ ਬਹੁਤ ਹੈ। ਪਰ ਗੱਲ ਇਹ ਆ ਕਿ ਮਾਫ ਕਰਨਾ, ਗੁੱਸਾ ਨਾ ਕਰਿਓ, ਰੁਲਦੂ ਸਿੰਘ ਮਾਨਸਾ ਵਰਗੇ ਲੀਡਰ ਦਾ ਜਿਤਾ ਕੇ ਸਦਨ ਦੇ ਵਿੱਚ ਭੇਜਣ ਦਾ ਸਾਨੂੰ ਫਾਇਦਾ ਕੀ ਹੁੰਦਾ? ਉਹਦੇ ਆਪ ਦੀ ਗੱਡੀ ਦਾ ਆਪ ਹੀ ਖੁੰਡਾ ਮਾਰ ਕੇ ਸ਼ੀਸ਼ਾ ਤੋੜ ਲੈਂਦਾ, ਫਿਰ ਝੂਠ ਬੋਲਦਾ ਕਿ ਫੋਰਸਾਂ ਨੇ ਤੋੜ ਦਿੱਤਾ ਤੇ ਉਹ ਵੀਡੀਓ ਜਾਰੀ ਕਰ ਦਿੰਦੇ। ਬਿਲਕੁਲ ਦੇਖੋ ਗੱਲ, ਮੈਂ ਚਾਹੇ ਕਿਸੇ ਭਾਜਪਾ ਚ ਵੀ ਅੱਛਾ ਲੀਡਰ ਆਵੇ, ਮੈਂ ਉਹਦਾ ਇਸਤੇਮਾਲ ਕਰੂੰਗਾ ਜਿੱਤ ਕੇ ਆ ਜਾਏ, ਜਿਹੜਾ ਪੰਜਾਬ ਪ੍ਰਸਤ ਹੋਵੇ, ਵਿਜ਼ਨਰੀ ਬੰਦਾ ਹੋਵੇ, ਤੇ ਚਾਹੇ ਸਾਡਾ ਸਕਾ ਭਰਾ ਵੀ ਕੋਈ ਨਾ ਹੋਵੇ, ਮਤਲਬ ਕਿ ਭੁੱਖੋ ਜਾਇਆ ਹੀ ਹੋਵੇ, ਉਹ ਚਲਾ ਜਾਵੇ ਤੇ ਬੇਕਾਰ ਨਿਕਲੇ, ਉਹਦਾ ਕਾਹਦਾ ਮਾਣ ਹੈ? ਬਿਲਕੁਲ ਬਿਲਕੁਲ ਸਹੀ ਗੱਲ, ਕਾਹਦਾ ਮਾਣ ਹੈ? ਮੇਰੀ ਤਾਂ ਸਾਫ਼ ਕਲੀਅਰ ਇਹਦੇ ਵਿੱਚ ਆ ਕਿ ਸਾਨੂੰ ਉਹੋ ਜਿਹੇ ਲੀਡਰ ਚਾਹੀਦੇ। ਠੀਕ ਆ, ਕਿਸਾਨ ਜਥੇਬੰਦੀਆਂ ਚ ਬਹੁਤ ਕਾਬਲ ਲੋਕ ਆ, ਤੇ ਉਹ ਉਹਨੇ ਕੋਲ ਲੋਕ ਜਿਤਾ ਕੇ ਭੇਜ ਦੇਣ, 5-7 ਭੇਜ ਦੇਣ, ਅੱਛੇ ਭੇਜਣ,
ਐਵੇਂ ਮੈਂ ਉਹਦੇ ਨਾਲ ਆ ਕਰੂੰਗਾ, ਉਹਦੇ ਨਾਲ ਆ ਕਰੂੰਗਾ, ਇਹਦੇ ਨਾਲ ਅੱਗੇ ਅੱਗੇ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਅੱਗੇ ਬਥੇਰੇ, ਕੋਈ ਗੁੰਡਾ ਚੱਕੀ ਫਿਰਦਾ, ਕੋਈ ਡਾਂਗ ਚੱਕੀ ਫਿਰਦਾ, ਕੋਈ ਕਹਿੰਦਾ ਮੈਂ ਇਹਨੂੰ ਕੁੱਟ ਕੇ ਕੱਢ ਦੇਣਾ, ਕੋਈ ਕਹਿੰਦਾ ਆ ਕਿੱਥੇ ਆ ਤੂੰ ਟੱਕਰ ਮੈਨੂੰ। ਇਹ ਤਾਂ ਸੁਣਦੇ ਅਸੀਂ ਬੁੱਢੇ ਹੋ ਚੱਲੇ ਹਾਂ। ਮੈਨੂੰ ਜੀ ਸੋਸ਼ਲ ਨੈਟਵਰਕ ਮੀਡੀਆ ਦਾ ਯੁੱਗ ਹੈ। ਕੁਝ ਚੀਜ਼ਾਂ ਸਾਡੀਆਂ ਵੀਕਐਂਡ ਦੀਆਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ, ਜਿੱਦਾਂ ਹੁਣ ਰਾਜਾ ਵੜਿੰਗ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਹੁਣਾਂ ਦੇ ਗਿਆ, ਉੱਥੇ ਉਹਦੀ ਖਬਰਾਂ ਆਈਆਂ ਛਪੀਆਂ, ਕੇਜਰੀਵਾਲ ਸਾਹਿਬ ਨੇ ਰਾਜੇਵਾਲ ਸਾਹਿਬ ਨੂੰ ਆਪਣੇ ਰਾਜੇ ਵੜਿੰਗ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਉਹ ਵੀਡੀਓ ਇੱਕ ਦੇਖ ਰਿਹਾ ਸੀ ਮੈਂ, ਉਹਦੇ ਵਿੱਚ ਭਾਵੇਂ ਜਿਸ ਤਰ੍ਹਾਂ ਮਰਜ਼ੀ ਹੈ ਪਰ NRI ਦਾ ਦਿਲ ਜਿੱਤਣ ਵਾਸਤੇ ਕੋਸ਼ਿਸ਼ ਕਰ ਰਿਹਾ ਰਾਜਾ ਵੜਿੰਗ ਕਿ ਜਿਹੜੀ ਸਿੱਧੀ ਬੱਸ ਚੱਲਦੀ ਹੈ ਉਹ ਸ਼ਰੇਆਮ ਬਾਦਲਾਂ ਦਾ ਨਾਂ ਲੈ 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 ਕੇ ਕਿ ਵੇਖੋ ਜੀ ਇੰਨਾ ਨਫਾ ਨੁਕਸਾਨ ਮਲਟੀਪਲਾਈ ਕਰਕੇ ਦੱਸ ਰਿਹਾ ਉਹ, ਔਰ ਕੇਜਰੀਵਾਲ ਸਾਹਿਬ ਨੂੰ ਇਹ ਵੀ ਕਹਿ ਰਿਹਾ ਜਾਂ ਤੁਸੀਂ ਚਲਾ ਲਓ ਜਾਂ ਉਹ ਚਲਾ ਲਓ, ਵੀ ਜਿਹਦੇ ਵਿੱਚ NRIs ਦੀ ਜਿਹੜੀ ਛਿੱਲ ਲੈਂਦੀ ਆ ਉਹ ਬੰਦ ਹੋਵੇ। ਮੈਸੇਜ ਤਾਂ ਉਹਦਾ ਬੜਾ ਕਲੀਅਰ ਆ, ਜੇ ਵਾਕਈ ਉਹਦੇ ਵਿੱਚ ਕੋਈ ਹਿਡਨ ਏਜੰਡਾ ਨਹੀਂ। ਹਿਡਨ ਏਜੰਡਾ ਤੇ ਰਾਜਨੀਤੀ ਦਾ ਇਹੀ ਹੁੰਦਾ ਕਿ ਮੈਂ ਕੰਮ ਕਰਾਂ ਤੇ ਮੈਨੂੰ ਵੋਟਾਂ ਮਿਲਣ। ਤੇ ਜਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਨਾਲ ਨੇ ਗੱਲ ਸੁਣੀ ਹੈ, ਭਗਵੰਤ ਮਾਨ ਵੀ ਇਸ ਵਿਸ਼ੇ ਨੂੰ ਉਠਾਉਂਦਾ ਰਿਹਾ ਪਰ ਉਹ ਨਾਲ ਖਲੋਤਾ ਸੀ। ਇਹ ਤਾਂ ਹੈ ਨਹੀਂ ਵੀ ਕੇਜਰੀਵਾਲ ਸਾਹਿਬ ਨੂੰ ਇਸ ਚੀਜ਼ ਦਾ ਇਲਮ ਨਹੀਂ ਹੈ। ਇਹ ਤੇ ਥੋੜਾ ਜਿਹਾ ਕੀ ਨਜ਼ਰੀਆ ਤੁਹਾਡਾ? ਇਹ ਸਾਰੀ ਵੀਡੀਓ ਤੁਸੀਂ ਵੀ ਦੇਖੀ ਹੋਣੀ ਹੈ, ਹੋ ਸਕਦਾ ਕਿਤੇ ਡਿਸਕਸ ਵੀ ਤੁਸੀਂ ਕੀਤੀ ਹੋਵੇ, ਕੀ ਕਹਿਣਾ ਚਾਹੋਗੇ? ਨਹੀਂ ਦੇਖੋ, ਇਹਦੇ ਤੇ ਆਪਾਂ ਅੱਗੇ ਗੱਲ ਕੀਤੀ ਹੈ, ਬਾਤ ਤਫਸੀਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸਲ ਦੇ ਵਿੱਚ ਜਿਹੜੀ ਗੱਲ ਕੰਮ ਦੀ ਆ ਉਹ ਇਹਨਾਂ ਦੋਨਾਂ 'ਚ ਕੋਈ ਕਰ ਨਹੀਂ ਪੈਂਦੀ, ਕਿਉਂਕਿ ਅਸੀਂ ਇਹਨਾਂ ਦੋਨਾਂ ਧਿਰਾਂ ਦੇ ਨਾਲ ਦੇ ਨਹੀਂ ਹੈ। ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਵਿਚਲੀ ਗੱਲ ਜਿਹੜੀ ਹੈ ਨਾ ਉਹ ਦੱਸਣਾ ਸਾਡਾ ਫਰਜ਼ ਆ। ਦਰਅਸਲ ਇਹ ਮਾਮਲਾ ਜਿਹੜਾ ਕੋਰਟ ਦੇ ਵਿੱਚ ਆ, ਕੋਰਟ ਨੇ ਸਟੇ ਕੀਤਾ ਹੋਇਆ ਸਥਿਤੀ ਜਿਉਂ ਦੀ ਤਿਉਂ ਹੈ। ਸਥਿਤੀ ਜਿਉਂ ਦੀ ਤਿਉਂ ਦਾ ਫਾਇਦਾ ਜਿਹੜਾ ਉਹ ਚੁੱਕਦਾ ਪਿਆ ਇੱਕ ਖਾਸ ਤੌਰ ਤੇ ਜਿਵੇਂ ਜ਼ਿਕਰ ਕਰਦੇ ਆ ਉਹ ਟਰਾਂਸਪੋਰਟ ਦਾ ਧੰਦੇਬਾਜ਼, ਉਹ ਜਿਉਂ ਚਲਾ ਰਿਹਾ ਜਿਵੇਂ ਉਹਦੀ ਚੱਲਦੀ ਸੀ ਬਸ ਤਿਉਂ ਹੀ ਚੱਲ ਰਹੀ ਹੈ, ਤੇ ਜਿਹੜੀ ਸਰਕਾਰੀ ਬੱਸ ਸੀ ਉਹ ਬੰਦ ਹੋ ਗਈ। ਉਹ ਮਾਮਲਾ ਹਾਈ ਕੋਰਟ ਦੇ ਵਿੱਚ ਆ। ਇਹ ਸਟੇ ਅੱਜ ਤੱਕ ਤੁੜਵਾ ਨਹੀਂ ਸਕੇ। ਰਾਜਾ ਵੜਿੰਗ ਜਿੱਥੇ ਮਰਜ਼ੀ ਗੱਲ ਕਰ ਲਵੇ, ਰਾਜਾ ਵੜਿੰਗ ਨੂੰ ਪੁੱਛੋ ਕਿ ਜਿਹੜਾ ਸਟੇ ਹੋਇਆ ਗਿਆ ਕੋਰਟ ਦਾ, ਕਿ ਸਿਰਫ ਇਹੀ ਮਤਲਬ ਕਿ ਜਿਹੜੀ ਹੈਗੀ ਆ ਕੰਟਰੈਕਟ ਕੈਰੇਜ ਵਾਲੀ ਜਿਹੜੀ ਬੱਸ ਇਹੀ ਜਾ ਸਕਦੀ ਹੈ ਏਅਰਪੋਰਟ ਤੇ, ਮਤਲਬ ਕਿ ਉੱਥੇ ਐਂਟਰ ਹੋ ਸਕਦੀ ਹੈ। ਕਿ ਉਹ ਸਟੇ ਤੁੜਵਾਉਣ ਵਾਸਤੇ ਤੁਸੀਂ ਕਦੇ ਕੋਈ ਅਪਰੋਚ ਕੀਤੀ ਹੈ? ਮੇਨ ਗੱਲ ਤੇ ਇਹ ਆ ਕਾਨੂੰਨੀ ਅੜਚਨ ਹੈ। ਕਾਨੂੰਨੀ ਅੜਚਨ ਕਾਨੂੰਨੀ ਅੜਚਨ ਜੇ ਉਹ ਨਹੀਂ ਕਰਾਉਣੀ ਦੂਰ, ਇਹ ਹੁੰਦਾ ਕਿ ਨਵਾਂ ਕੋਈ ਨਿਯਮ ਬਣਾ ਕੇ ਉਹ ਬੱਸਾਂ ਜਿਹੜੀਆਂ, ਮਤਲਬ ਕਿ ਇੱਕ ਮੈਂ ਮਿਸਾਲ ਦੇ ਦਿੰਦਾ ਤੁਹਾਨੂੰ ਕਿ ਇਹ ਬੱਸਾਂ ਬੱਸ ਅੱਡੇ ਤੇ, ਕਿਉਂਕਿ ਏਅਰਪੋਰਟ ਅਥਾਰਟੀ ਨੇ ਇਹਨਾਂ ਦਾ ਜਿਹੜਾ ਕੰਟਰੈਕਟ ਸੀ ਉਹ ਰੀਨਿਊ ਨਹੀਂ ਕੀਤਾ ਨਿਯਮ ਦੇ ਚੱਲਦੇ। ਅੱਛਾ, ਬੜੀ ਸਿੰਪਲ ਜੀ ਗੱਲ ਹੈ, ਏਅਰਪੋਰਟ ਦੇ ਸਾਹਮਣੇ ਇੱਕ ਨਿੱਕਾ ਜਿਹਾ ਬੱਸ ਸਟੈਂਡ ਅਪਰੂਵ ਕਰ ਦੇ, ਗੱਲ ਹੀ ਖਤਮ। ਵੈਸੇ ਕੁਛ ਵੀ ਨਹੀਂ ਹੈ। ਜੇ ਕਰਨਾ ਹੋਵੇ ਅਰਵਿੰਦ ਕੇਜਰੀਵਾਲ ਉੱਥੇ ਕਿਤੇ ਜਗ੍ਹਾ ਦੇ ਕੇ ਛੋਟਾ ਜਿਹਾ ਬੱਸ ਸਟੈਂਡ ਜਾਂ ਪਾਰਕਿੰਗ ਉੱਥੇ ਅਪਰੂਵ ਕਰਦੇ, ਉਹ ਐਕਸਟੈਂਸ਼ਨ ਲੈ ਲੈਣਗੇ ਆਪਣੀ ਰੂਟ ਦੀ। ਜੇ ਕੋਈ ਮੰਨ ਲਓ ਕਿ 10-20 ਕਿਲੋਮੀਟਰ ਏਰੀਏ ਦਾ ਐਕਸਟੈਂਸ਼ਨ ਲੈ ਲੈਣਗੇ, ਇਹ ਤਾਂ ਹੈ ਹੀ ਹੈ। ਸੋ ਗੱਲ ਜਿਹੜੀ ਆ ਵਿਚਲੀ ਇਹ ਆ ਕਿ ਅਸਲ 'ਚ ਕਾਨੂੰਨੀ ਬੇਸਿਸਗੀ ਆ, ਉਹਦੇ 'ਚ ਰਾਜਨੀਤੀ ਹੁੰਦੀ ਆ। ਰਾਜਾ ਵੜਿੰਗ ਬੜੇ ਮੌਕੇ ਤੇ ਚੌਕੇ ਮਾਰ ਰਿਹਾ ਕਿ ਉਹ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਿਜ਼ਿਟ ਕਰਦੇ ਹੋ ਨਾਲ ਦੀ ਨਾਲੇ ਮੁੱਦਾ ਲੈਂਦਾ ਕਿ ਤੁਸੀਂ ਰਲੇ ਹੋ, ਉਹ ਕਹਿੰਦਾ ਕਿ ਤੁਸੀਂ ਰਲੇ ਹੋਏ ਹੋ, ਉਹ ਕਹਿੰਦਾ ਤੁਸੀਂ ਰਲੇ ਹੋ। ਦਰਅਸਲ ਇਹ ਕਾਨੂੰਨੀ ਇੱਕ ਕਹਿ ਲਓ ਕਿ ਪੇਚੀਦਗੀ ਦਾ ਮਸਲਾ। ਔਰ ਜੇ ਮੈਂ ਭੁੱਲਦਾ ਨਹੀਂ ਤਾਂ ਇਸ ਸਟੇ ਹੋਏ ਨੂੰ ਵੀ ਬਹੁਤ ਲੰਬਾ ਸਮਾਂ ਹੋ ਗਿਆ। ਸਟੇ ਕਿਉਂ ਨਹੀਂ ਛੁਡਵਾਇਆ ਅੱਜ ਤੱਕ? ਕੀ ਜਾਂਚ ਪੜਤਾਲ ਦਾ ਵਿਸ਼ਾ ਹੈ ਜੀ। ਬਿਲਕੁਲ ਜੀ। ਕਾਲਰ ਨੇ ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਅੱਛਾ ਭਾਜੀ, ਮੇਰਾ ਇੱਕ ਹੀ ਸੀਗਾ, ਥੋੜਾ ਮੈਂ ਦੱਸਣਾ ਇਸ ਕੁਐਸਚਨ ਹੀ ਸੀਗਾ ਵੀ ਮੈਨੂੰ ਲੱਗਦਾ ਵੀ ਜਿਹੜਾ NHA ਤੋਂ ਚੱਲਿਆ ਆ ਰਿਹਾ ਵੀ ਇਹ ਕੇਜਰੀਵਾਲ ਵੀ ਉਹਨਾਂ ਦੇ ਨਾਲ ਰਲਿਆ ਤਾਂ ਹੀ ਉਹਨਾਂ ਦੀਆਂ ਬੱਸਾਂ ਚੱਲਦੀਆਂ। ਅਗਰ ਇਹ ਸਟੇ ਕੋਰਟ ਦੇ ਵਿੱਚ ਹੈਗਾ ਸਟੇ, ਤਾਂ ਇਹ ਆਪਣੇ ਗਵਰਨਮੈਂਟ ਇਹ ਪੰਜਾਬ ਰੋਡਵੇਜ਼ ਨੂੰ ਵੀ ਪਰਮਿਸ਼ਨ ਦੇ ਦੇਵੇ, ਚਲੋ ਤੁਸੀਂ ਵੀ ਚਲੇ ਜਾਓ, ਸਟੇ ਆ ਜਿਹੜਾ ਉੱਥੇ ਉਹਨੂੰ। ਰਾਜੇ ਵੜਿੰਗ ਦੀ ਇੱਕ ਪੁਆਇੰਟ ਤੁਸੀਂ ਨੋਟ ਕੀਤਾ ਹੋਊਗਾ, ਚਲੋ ਸ਼ਾਇਦ ਸਟੇ ਦੀ ਤੇ ਗੱਲ ਜਿਹੜੀ ਮਿੰਟੂ ਜੀ ਪਹਿਲਾਂ ਵੀ ਦੱਸ ਚੁੱਕੇ ਨੇ। ਰਾਜਾ ਵੜਿੰਗ ਕਹਿੰਦਾ ਤੁਸੀਂ ਚਲਾ ਲਓ, ਮਤਲਬ ਦਿੱਲੀ ਗਵਰਨਮੈਂਟ ਚਲਾ ਲਵੇ, ਅਸੀਂ ਦਿੰਦੇ ਆ, ਅਸੀਂ ਪਰਮਿਸ਼ਨ ਦਿੰਦੇ ਆ। ਜੇ ਮੈਂ ਟਰਾਂਸਪੋਰਟੇਸ਼ਨ ਮਿਨਿਸਟਰ ਮੈਂ ਦਿੰਦਾ ਪਰਮਿਸ਼ਨ ਵੀ ਦਿੱਲੀ ਵਾਲੀ ਬੱਸ ਜਿਹੜੀ ਪੰਜਾਬ 'ਚ ਐਂਟਰ ਹੋਊਗੀ। ਹਾਂਜੀ। ਤੇ ਉਹ ਇਹ ਜਿਹੜਾ ਕਿ ਲੁੱਟ ਜਿਹੜੀ ਉਹ ਬੰਦ ਹੋਵੇ। ਤੇ ਕੇਜਰੀਵਾਲ ਫਿਰ ਵਾਕਈ ਜੇ ਹੈ NRI ਜਿਨ੍ਹਾਂ ਨੇ ਇਸ ਜਥੇਬੰਦੀ ਨੂੰ, ਇਸ ਆਮ ਆਦਮੀ ਪਾਰਟੀ ਦੀ ਜੇਕਰ
ਨੀ ਜੜ੍ਹਾਂ ਮਜ਼ਬੂਤ ਕੀਤੀਆਂ ਤੇ ਉਹ ਐਨਆਰਆਈਜ਼ ਨੇ। ਹਾਂਜੀ, ਉਹ ਇਹ ਸਾਰਾ ਕੁਝ ਤਾਂ ਇੱਥੋਂ ਭੇਜਿਆ ਉਹਨੂੰ ਜੀ। ਐਨਆਰਆਈਜ਼ ਨੂੰ ਮੈਂ ਵੇਖਿਆ ਬਜ਼ੁਰਗਾਂ ਦੇ ਹੱਥ ਕੰਬਦੇ ਸੀ, ਹੱਥਾਂ ਦੇ ਵਿੱਚ ਇੰਡੀਅਨ ਪਾਸਪੋਰਟ ਫੜ ਕੇ ਚਾਂਦਨੀ ਬੈਂਕਟ ਹਾਲ ਦੇ ਵਿੱਚ ਉਹ ਭਾਵੇਂ ਕੈਨੇਡੀਅਨ। ਭਾਜੀ ਅਗਰ ਜਿੱਦਾਂ ਇਹ ਕਹਿ ਰਹੇ ਜੀ ਨਾ ਵੀ ਉੱਥੇ ਸਟੇ ਮਿਲਿਆ, ਸਟੇ ਨੂੰ ਤੋੜੋ, ਸਟੇ ਨਹੀਂ ਟੁੱਟਦੀ, ਪਰ ਤੁਸੀਂ ਸਾਈਡ ਦੇ ਉੱਤੇ ਉਹਨੂੰ ਪਰਮਿਸ਼ਨ ਦਿਓ ਪੰਜਾਬ। ਕਿਉਂ ਨਹੀਂ ਟੁੱਟਦੀ ਸਰ, ਕਿਉਂ ਨਹੀਂ ਟੁੱਟਦੀ? ਹਾਂ ਇਹੀ ਤੇ ਗੱਲ ਆ, ਕਿਉਂ ਨਹੀਂ ਟੁੱਟਦੀ? ਕਿਉਂ ਨਹੀਂ ਟੁੱਟਦੀ ਸਟੇ? ਵੱਡਾ ਜੀ 2002 ਦਾ ਮੈਂ ਕੱਢ ਲਿਆ ਜੀ, ਮੇਰੇ ਸਾਹਮਣੇ ਪਿਆ 2002 ਦਾ ਹੋਇਆ ਹੈ, ਪਰ ਇਹ ਇੰਡੋ ਕੈਨੇਡੀਅਨ ਵਾਲਿਆਂ ਨੇ ਲੈ ਰੱਖਿਆ। ਹੋਰ ਦੱਸੋ ਭਾਜੀ, ਇੰਡੋ ਕੈਨੇਡੀਅਨ ਵਾਲਿਆਂ ਨੇ ਗਵਰਨਮੈਂਟ ਦੇ ਵਿੱਚ ਲੈ ਰੱਖਿਆ ਜੀ। ਤਾਂ ਪਰਮਿਸ਼ਨ ਤਾਂ ਦੂਜੇ ਨੂੰ ਵੀ ਦੇ ਸਕਦੇ ਹੋ ਕਿ ਚਲੋ ਪੰਜਾਬ ਗਵਰਨਮੈਂਟ ਦੀਆਂ ਵੀ ਹਿੱਸਾ ਆ ਸਕਦੀਆਂ, ਸਾਨੂੰ ਨੋ ਪ੍ਰੋਬਲਮ ਹੈ। ਸਟੇ ਜਿਹੜਾ ਉਹਨੂੰ ਚੱਲੀ ਜਾਣ ਦੋ, ਉੱਥੇ ਉਹਨਾਂ ਨੂੰ ਵੀ ਚੱਲੀ ਜਾਣ ਦੋ, ਇਹਨਾਂ ਨੂੰ ਵੀ ਚੱਲੀ ਜਾਣ ਦੋ, ਇਹਨਾਂ ਦਾ ਖਾਣਾ ਸਾਡੇ ਵਰਗੇ ਵਿਚਾਰੇ ਵਿਚਾਰ। ਮੈਂ ਤੁਹਾਨੂੰ ਕਹਿ ਰਿਹਾ ਕਿ ਸਟੇ ਉਹਦਾ ਫੈਸਲਾ ਕਰਾ ਕੇ ਉਹਦੇ ਚ ਕੀ ਹੁੰਦਾ, ਮੈਂ ਤੁਹਾਨੂੰ ਨਾ ਇੱਕ ਵਾਰੀ ਸਮਝਾ ਦੇਵਾਂ ਕੀ ਮਸਲਾ ਹੁੰਦਾ ਹੈ। ਜਿਹੜਾ ਇਹਨਾਂ ਦੇ ਕੋਲ ਹੁੰਦਾ ਨਾ ਪਰਮਿਟ, ਜਿਹੜਾ ਇੰਡੋ ਕੈਨੇਡੀਅਨ ਯੂਜ਼ ਕਰਦਾ ਹੈ, ਜੋ ਟਰਾਂਸਪੋਰਟ ਹੈ, ਨਿੱਜੀ ਟਰਾਂਸਪੋਰਟ ਹੈ, ਇਹ ਹੁੰਦੀ ਹੈ ਟੂਰਿਸਟ ਸਰਕਟ ਦੀ, ਟੂਰਿਸਟ ਸਰਕਟ ਦੀ। ਠੀਕ ਹੈ ਜੀ, ਉਹਨਾਂ ਨੇ ਸਟੇ ਲੈ ਲਿਆ, ਦੂਜੀਆਂ ਮਤਲਬ ਕਿ ਬੰਦ ਹੋ ਗਿਆ। ਆਹੀ ਰੌਲਾ ਹੈ ਨਾ, ਇੰਨਾ ਚਿਰ ਲੰਮਾ ਸਟੇ ਨਹੀਂ ਹੁੰਦਾ। ਜੇ ਆਪਾਂ ਦੇਖੀਏ 2002 ਤੋਂ 2020 ਤੱਕ ਸਟੇ ਆ ਜਾਣਾ, ਕਿਉਂਕਿ 20 ਚ ਬੰਦ ਹੋਈਆਂ ਸੀ, ਮੈਨੂੰ ਅੱਜ ਵੀ ਯਾਦ ਹੈ ਸਰਕਾਰੀ ਬੱਸਾਂ 19 ਜਾਂ 20 ਚ ਹੋਈਆਂ, 19 ਦੀ ਦਸੰਬਰ ਨੂੰ ਹੋਈਆਂ, ਲੋ ਮੈਨੂੰ ਤਰੀਕ ਵੀ ਯਾਦ ਹੈ। 17 ਸਾਲ ਚ ਕਿੰਨੀਆਂ ਸਰਕਾਰਾਂ ਬਦਲੀਆਂ, ਤੁਸੀਂ ਸਟੇ ਕਢਵਾ ਕੇ ਫੈਸਲਾ ਲਵੋ, ਉਹਨਾਂ ਨੂੰ ਵੀ ਬੰਦ ਕਰਵਾਓ, ਫਿਰ ਬੰਦ ਕਰ। ਔਰ ਦੂਜੀ ਗੱਲ ਇੱਕ ਤੁਹਾਨੂੰ ਹੋਰ ਦੱਸਦਾ ਕਿ ਅੱਛਾ ਜੇ ਇਹਦੇ ਨਿਯਮ ਦੇਖੋਗੇ, ਮੈਂ ਥੋੜਾ ਸਮਾਂ ਟਰਾਂਸਪੋਰਟ ਧੰਦੇ ਚ ਰਿਹਾ, ਜਿਹੜੀਆਂ ਇਸ ਤਰ੍ਹਾਂ ਦੀਆਂ ਬੱਸਾਂ ਹੁੰਦੀਆਂ ਨੇ ਉਹਦੀ ਇੱਕ ਬਾਕਾਇਦਾ ਲਿਸਟ ਬਣਦੀ ਹੈ ਯਾਤਰੀਆਂ ਦੀ, ਕਿਉਂਕਿ ਉਹਨਾਂ ਨੇ ਇੱਕ ਥਾਂ ਤੋਂ ਚੱਲਣਾ ਦੂਸਰੇ ਥਾਂ ਤੇ ਬੱਸ ਜਾ ਕੇ ਲਾਉਣਾ। ਮਤਲਬ ਕਿ ਫਰਜ਼ ਕਰੋ ਲੁਧਿਆਣੇ ਤੋਂ ਤੁਰੇ ਆ ਤਾਂ ਉਹਨਾਂ ਨੇ ਦਿੱਲੀ ਏਅਰਪੋਰਟ ਤੇ ਜਾ ਕੇ ਰੁਕਣਾ, ਰਸਤੇ ਚੋਂ ਨਹੀਂ ਸਵਾਰੀ ਬਿਠਾ ਸਕਦੇ। ਉਹਦੇ ਵਾਸਤੇ ਕੀ ਹੁੰਦੀ ਹੈ ਕਿ ਇੱਕ ਬਾਕਾਇਦਾ ਤੁਹਾਨੂੰ ਲਿਸਟ ਤਿਆਰ ਕਰਨੀ ਪੈਂਦੀ ਹੈ ਯਾਤਰੂਆਂ ਦੀ। ਜਿੰਨਾ ਕੁ ਮੈਨੂੰ ਪਤਾ ਯਾਤਰੂਆਂ ਦੀ ਲਿਸਟ ਤਿਆਰ ਹੁੰਦੀ ਹੈ ਕਿ ਆ 30 ਸੀਟਡ ਗੱਡੀ ਹੈ ਜਾਂ 52 ਸੀਟਡ ਗੱਡੀ ਹੈ, ਇਹਦੇ ਵਿੱਚ ਆ ਬੰਦੇ ਬੈਠੇ ਨੇ, ਸਾਡਾ ਜੋ ਵੀ ਹੈ ਮਤਲਬ ਕਿ ਕਿਰਾਇਆ ਬਣਾਇਆ, ਤੇ ਉਸ ਤੋਂ ਬਾਅਦ ਇੱਕ ਮੋਹਰ ਲੱਗਦੀ ਹੈ ਬਕਾਇਦਾ ਆਰਟੀਏ ਦੀ ਮੋਹਰ ਲੱਗ ਕੇ ਫਿਰ ਉਹ ਗੱਡੀ ਚੱਲਦੀ ਆ। ਹੁਣ ਤੇ ਬਾਦਲ ਰਾਜ ਹੈ ਨਹੀਂਗਾ, ਇਹ ਆਪ ਹੀ ਤੇ ਰਾਜਾ ਵੜਿੰਗ ਜੀ ਕਹਿ ਰਹੇ ਸੀ ਜੇ ਇੱਕ ਦਿਨ ਚੈਕਿੰਗ ਕਰਦੇ ਕਿ ਬਸ ਇਹ ਸਵਾਰੀਆਂ ਰਸਤੇ 'ਚ ਬੈਠੀਆਂ ਹੋਈਆਂ ਕੋਈ ਬਿਠਾ ਨਹੀਂ ਸਕਦੇ, ਤਾਂ ਕਿਵੇਂ ਉਹ ਸਾਰਾ ਕੁਛ ਚੱਲ ਰਿਹਾ। ਵੱਡੀ ਗੱਲ ਇਹ ਹੈ ਨਾ ਬਕਾਇਦਾ ਤੁਹਾਡੇ ਕੋਲ ਨਿਯਮ ਨੇ। ਔਰ ਦੂਜੀ ਗੱਲ ਆ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਇਹਨਾਂ ਨੂੰ ਪਹਿਲਾਂ ਹੀ ਦਬਾਅ ਖਿਲਾਉਣਾ ਚਾਹੀਦਾ ਸੀ, ਕਿਉਂਕਿ ਭਗਵੰਤ ਮਾਨ 2020 ਦੇ ਸ਼ੁਰੂਆਤ ਦੇ ਵਿੱਚ ਆਖਿਆ ਸੀਗਾ ਕਿ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਤੁਸੀਂ ਚਲੋ ਦਿੱਲੀ। ਉਦੋਂ ਸਟੇਟ ਟਰਾਂਸਪੋਰਟ ਮਿਨਿਸਟਰ ਹੁੰਦੀ ਸੀ ਬੀਬੀ ਰਜ਼ੀਆ ਸੁਲਤਾਨਾ ਜੀ। ਬੀਬੀ ਰਜ਼ੀਆ ਸੁਲਤਾਨਾ ਨੇ ਗੱਲ ਹੀ ਨਹੀਂ ਬਾਣੀ ਜੀ। ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਜੇ ਕੋਈ ਨਿਯਮ ਦੇ ਵਿੱਚ ਕੋਈ ਹੈ ਜੋ ਵੀ ਸਰਕਾਰ ਕਰ ਸਕਦੀ ਅਸੀਂ ਕਰਵਾਵਾਂਗੇ। ਪਰ ਮੇਨ ਗੱਲ ਇਹ ਹੈ ਕਿ ਕਰਵਾਉਣ ਵਾਲੇ ਵੀ ਸ਼ੁੱਧ ਭਾਵਨਾ ਨਾਲ ਜਾਣ ਤੇ ਕਰਨ ਵਾਲੇ ਵੀ ਇਮਾਨਦਾਰੀ ਨਾਲ ਕਰਨ ਤੇ ਮਸਲਾ ਹੱਲ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਪਰ ਮੇਰਾ ਮੰਨਣਾ ਹੈ ਕਿ ਕੋਰਟ ਚ ਸਟੇ ਕਰਵਾਓ ਪਹਿਲਾਂ। ਹਾਂਜੀ ਵੀਰ ਜੀ, ਕਿਉਂਕਿ 19 ਸਾਲ ਤੋਂ ਉਹਨਾਂ ਨੇ ਕਿੰਨੀ ਕਮਾਈ ਕਰ ਲਈ ਹੈ। ਨਹੀਂ ਭਾਜੀ, ਜਾਂ ਤਾਂ ਗੱਲ ਹੈਗੀ ਇਹ ਕਿ ਸਭ ਇਹ ਰੌਲਾ ਪਾ ਰਹੇ ਆ, ਜੇ ਕਰਨ ਨੂੰ ਹੋਣਾ ਹੋਵੇ ਕਰਾਉਣਾ ਹੋਵੇ ਤਾਂ ਸਟੇ ਜਿਹੜੀ ਗਵਰਨਮੈਂਟ ਦੀ ਚੱਲਦੀ ਹੈ, ਜੱਜ ਵੀ ਮਿਲੇ ਹੋਣ ਤਾਂ ਉਹ ਵੀ ਕੱਟ ਸਕਦੇ। ਬਿਲਕੁਲ, ਬਟ ਅਗਰ ਮੇਰੀ ਗੱਲ ਸੁਣੋ, ਅਗਰ ਚਲਾਉਣੀ ਹੋਵੇ ਤਾਂ ਉਹ ਆਪਣੇ ਸਾਈਡ ਦੇ ਉੱਤੇ ਇਹ ਪਰਮਿਟ ਲਈ ਉਹਨੂੰ ਕੋਈ ਅਪਲਾਈ ਕਰੋ, ਇਹ ਅਪਲਾਈ ਕਰਕੇ ਤਾਂ ਆਪਣਾ ਚੱਲੀ ਜਾਵੇ। ਜੋ ਸਟੇ ਉਹਨਾਂ ਨੂੰ ਮਿਲੀ ਉਹਨੂੰ ਚੱਲੀ ਜਾਣ। ਜਿੱਥੇ 3000 ਜਾਣਾ ਬੰਦਾ 1200 1500 ਵੀ ਦੇ ਕੇ ਜਾਣ। ਦੇਖੋ ਜੀ, ਸੀਐਮ ਨੂੰ ਪੰਜਾਬ ਦਾ ਮਿਨਿਸਟਰ ਜਿਹੜਾ ਟਰਾਂਸਪੋਰਟੇਸ਼ਨ ਵਾਲਾ ਵਾ ਉਹ ਕਹਿ ਰਿਹਾ ਕਿ ਤੁਸੀਂ ਚਲਾਓ, ਲੋਕਾਂ ਦੀ ਲੁੱਟ ਜਿਹੜੀ ਬੰਦ ਹੋਵੇ। ਮੈਂ ਦਿੰਦਾ ਪਰਮਿਸ਼ਨ ਐਜ ਜਿਹੜਾ ਵਾ ਮਿਨਿਸਟਰ ਟਰਾਂਸਪੋਰਟੇਸ਼ਨ ਮਿਨਿਸਟਰ। ਉਸੇ ਵੇਲੇ ਇਹ 'ਚ ਦੋ ਗੱਲਾਂ ਹੀ ਨਹੀਂ ਸੀ, ਦੋ ਵੱਡੇ ਮਹਾਰਥੀ ਗੱਲ ਕਰਦੇ ਪਏ। ਕੇਜਰੀਵਾਲ ਸਾਹਿਬ ਨੂੰ ਕਹਿੰਦਾ ਸੀ ਚੱਕੋ ਵੀ ਹੁਣੇ ਸ਼ੁਰੂ ਕਰੋ ਵੀ, ਮੈਂ ਦਿੰਦਾ ਹੁਕਮ, ਬੱਸਾਂ ਚੱਲਣਗੀਆਂ। ਇਹ ਜੇ ਸਰਕਾਰ ਚਾਹਵੇ, ਬਿਲਕੁਲ ਇਹ ਆ ਕਿ ਤਾਜ ਨਹੀਂ ਕਿਸੇ ਦੇ ਸਿਰ ਤੇ ਲੱਗਣ ਦੇਣਾ ਨਾ, ਤਾਜ ਮੈਂ ਆਪਣੇ ਸਿਰ ਤੇ ਲੈਣਾ, ਚਾਹੇ ਭਗਵੰਤ ਮਾਨ ਹੋਵੇ, ਚਾਹੇ ਕੇਜਰੀਵਾਲ ਹੋਵੇ, ਤੇ ਚਾਹੇ ਹੋਵੇ ਰਾਜਾ ਵੜਿੰਗ। ਰਾਜਾ ਵੜਿੰਗ ਚਲੋ ਮੁੱਦਾ ਉਠਾ ਰਿਹਾ, ਉਹਦੀ ਰਾਜਨੀਤੀ ਮੈਂ ਕਹਿੰਦਾ ਚੰਗਾ ਉਠਾ ਰਿਹਾ। ਇਹ ਸਾਨੂੰ ਤੇ ਐਨਆਰਆਈ ਨੂੰ ਸੋਚਣਾ ਚਾਹੀਦਾ ਵੀ ਤੁਹਾਡੇ ਵਾਸਤੇ ਚਲੋ ਭਾਵੇਂ ਰਾਜਨੀਤੀ, ਸਾਡੇ ਨੇ ਰਾਜਨੀਤੀ ਕੀਤੀ, ਸਾਡੇ ਤੇ ਸਾਨੂੰ ਅਣੂ ਬੰਬ ਕਹਿ ਦਿੱਤਾ, ਪਰਮਾਣੂ ਬੰਬ ਕਹਿ ਦਿੱਤਾ, ਸਾਨੂੰ ਕਈ ਤਰ੍ਹਾਂ ਦੇ ਸਲੋਗਨ ਦੇ ਦਿੱਤੇ ਕੋਵਿਡ-19 ਦੇ ਵਿੱਚ। ਹਾਂਜੀ, ਅਸੀਂ ਆਪਣੀ ਇੱਥੇ ਮਾੜੀ ਜੀ ਜਿਹੜੀ ਤੁਹਾਨੂੰ ਕਿਤੇ ਉੱਥੋਂ ਤੱਤੀ ਹਵਾ ਆਵੇ ਤੇ ਅਸੀਂ ਉਸੇ ਵੇਲੇ ਫੰਡ ਇਕੱਠੇ ਕਰਕੇ ਭੇਜਦੇ ਹਾਂ ਵੀ ਨਹੀਂ ਜੀ ਉੱਥੇ ਕੋਈ ਨੁਕਸਾਨ ਨਾ ਹੋਵੇ। ਸਾਨੂੰ ਇਸ ਤਰੀਕੇ ਦੇ ਨਾਲ ਨਵਾਜਿਆ ਗਿਆ।
ਪਰ NRIs ਲਈ ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਉਹਦੇ ਪੋਜ਼ਿਟਿਵ ਨੈਗੇਟਿਵ ਤਾਂ ਰਾਜਨੀਤੀ 'ਚ ਹੈਗਾ ਹੀ ਹੈਗਾ, ਪਰ ਮੈਨੂੰ ਰਾਜੇ ਵੜਿੰਗ ਦੀ ਇਸ ਤਰ੍ਹਾਂ ਦੀ ਗੱਲ ਕਰਨ ਦਾ ਜਿਹੜਾ ਅੰਦਾਜ਼ ਤਾਂ ਵੈਸੇ ਉਹਦਾ ਹੈਗਾ ਹੀ, ਉਹ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਇੱਕ ਕਿਸਮ ਦਾ ਅੱਛਾ ਮਤਲਬ ਬੁਲਾਰਾ ਹੈ, ਪਰ ਜਿੱਦਾਂ ਉਹਨੇ ਕੇਜਰੀਵਾਲ ਨੂੰ ਘਲਾਰ ਕੇ ਮਤਲਬ ਗੱਲ ਕੀਤੀ ਹੈ, ਵਰਲਡ ਵਾਈਡ ਗਈ ਆ, ਉਹ ਚੰਗਾ ਸੁਨੇਹਾ ਤੇ ਹੈ ਨਾ ਵੀ ਬਦਲ ਲੱਗ ਗਿਆ ਨਾ ਵੀ ਦੋਵੇਂ ਤਰ੍ਹਾਂ ਜਾਂ ਤੇ ਰਲੀਆਂ ਨੇ ਜਾਂ ਕਰਨਾ ਨਹੀਂ ਚਾਹੁੰਦੇ, ਜਾਂ ਸਿਰਫ ਮਸਲਾ ਤਾਜ ਦਾ ਮੇਰੇ ਸਿਰ ਤੇ ਤਾਜ। ਇਹ ਅਸੀਂ ਤਾਂ ਕੁਝ ਨਹੀਂ ਕਰ ਸਕਦੇ, ਰਿਪੋਰਟਰ ਤਾਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਜਿੱਲੇ ਜਾਂਦੇ ਭਾਈ ਵੀ ਤੁਸੀਂ ਇਦਾਂ ਕਿਉਂ ਨਹੀਂ ਕਰਦੇ, ਵੀ ਤੁਸੀਂ ਉਹ ਜਿਹੜੀ ਸਟੇਜ ਦਾ ਤੁਸੀਂ ਆਰਡਰ ਲਾਇਆ ਪਹਿਲਾਂ ਜਿਹੜਾ ਇਹ ਪਿਆ ਸੀਗਾ, ਇੱਕ ਜਿਹੜੀ ਰਿਪੋਰਟ ਪਈ ਸੀਗੀ 15 ਸਾਲ 20 ਸਾਲ ਪਈ ਰਹੀ ਹੈ ਕੋਰਟ ਦੇ ਵਿੱਚ, ਤਾਂ ਹੁਣ ਉਹਨੂੰ ਆ ਕੇ ਖੋਲ ਕੇ ਤਾਂ ਮਜੀਠੀਏ ਨੂੰ ਫੜਨ ਲੱਗੇ ਆ ਤੇ ਇਹ ਰਿਪੋਰਟਾਂ ਇਦਾਂ ਹੀ ਫੜ ਕੇ ਕੰਮ ਚੱਲੋਗੇ ਤਾਂ ਤੁਸੀਂ ਸਾਰੇ ਰਲੇ ਹੋਏ ਤਾਂ ਮੰਨ ਲਓ ਇਕੱਠੇ ਆ ਤੁਸੀਂ। ਜੀ ਮਿਹਰਬਾਨੀ, ਥੈਂਕ ਯੂ ਜੀ। ਇਹ ਕੁਐਸਚਨ ਕਰ ਓਕੇ ਜੀ, ਥੈਂਕ ਜੀ। ਮਜੀਠੀਆ ਸਾਹਿਬ ਦਾ ਕੋ ਪਤਾ ਲੱਗਾ ਜੀ ਕਿ ਉਹਨਾਂ ਦੀ ਇੱਕ ਤਾਂ ਹੋ ਗਈ ਸੀਗੀ ਰੱਦ ਤੇ ਦੂਜਾ ਕੋਈ ਆਈ ਖਬਰ? ਨਹੀਂ ਜੀ, ਹਾਲ ਦੀ ਘੜੀ ਕਹਿੰਦੇ ਮਜੀਠੀਆ ਸਾਹਿਬ ਬਾਰੇ ਕੋਈ ਪਤਾ ਨਹੀਂ ਲੱਗਾ, ਰਿਦਾਂ ਤੇ ਪਈਆਂ ਨੇ, ਕੋਈ ਐਸਾ ਨਹੀਂ ਹੈ ਕਿ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਜੀ। ਲਓ ਜੀ, ਕਾਂਗਰਸ ਕੀ ਪੰਜਾਬ ਦੇ ਵਿੱਚ CM ਫੇਸ ਦਵੇਗੀ ਜਾਂ ਨਹੀਂ ਦਵੇਗੀ? ਹਾਂਜੀ, ਮੇਰੇ ਨਾਲ ਕਾਲਰ ਨੇ ਜੀ, ਵੈਲਕਮ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਓ ਜੀ, ਜੀ ਆਇਆਂ ਨੂੰ। ਮੇਰਾ ਮਤਲਬ ਇਹ ਹੈ ਕਿ ਬਾਦਲਾਂ ਦੀ ਬੱਸਾਂ ਤੇ ਬੰਦਿਆਂ ਨੂੰ ਘਰ ਘਰ ਪਹੁੰਚਾਉਂਦੀਆਂ ਤੇ ਰਾਜਾ ਵੜਿੰਗ ਦੀ ਬੱਸਾਂ ਘਰ ਘਰ ਬੰਦਿਆਂ ਨੂੰ ਪਹੁੰਚਾਉਣਗੀਆਂ ਜੇ ਦਿੱਲੀ ਤੋਂ। ਜੀ, ਬੱਸਾਂ ਜੋ ਚੱਲਣ ਗਿਆ ਪਰਮਿਟ ਉਹੀ ਹੁੰਦਾ, ਉਹ ਬੱਸਾਂ ਕੋਈ ਵੀ ਚੱਲਣ, ਰਾਜੇ ਵੜਿੰਗ ਵਾਲੀ ਬੱਸ ਨਹੀਂ ਚੱਲਦੀ, ਸਰਕਾਰੀ ਬੱਸ ਹੁੰਦੀ ਆ। ਸਰਕਾਰੀ ਬੱਸ ਤਾਂ ਸਰਕਾਰੀ ਹੋਏਗੀ, ਮਤਲਬ ਬੰਦਿਆਂ ਨੂੰ ਘਰ ਘਰ ਪਹੁੰਚਾਉਣਗੇ। ਚੰਡੀਗੜ੍ਹ ਤੇ ਚਲੋ, ਚੰਡੀਗੜ੍ਹ ਛੱਡ ਕੇ ਉਹਦੇ ਚੰਡੀਗੜ੍ਹ ਸੈਕਟਰਾਂ ਦੇ ਵਿੱਚ ਛੱਡਦੇ ਆ ਤੇ ਜਗਰਾਵਾਂ ਛੱਡਦੇ ਹੈਗੇ। ਹਾਂਜੀ ਹਾਂਜੀ ਹਾਂਜੀ। ਨਹੀਂ ਦੇਖੋ, ਗੱਲ ਇਹ ਹੈ ਕਿ ਜਿੱਥੋਂ ਤੱਕ ਪਰਮਿਟ ਹੈ ਉੱਥੋਂ ਤੱਕ ਤੇ ਛੱਡ ਕੇ ਆਉਂਦੇ, ਘਰ ਨਹੀਂ ਛੱਡਦੇ। ਉਹ ਜੇ ਮੰਨ ਲਓ ਸਰ ਪਰਮਿਟ ਹੀ ਨਹੀਂ ਹੈਗਾ, ਜੇ ਕਿਤੇ ਪਰਮਿਟ ਹੈ ਨਹੀਂ ਜੀ, ਕੋਈ ਟਰਾਂਸਪੋਰਟਰ ਏਦਾਂ ਕਰ ਰਿਹਾ ਤਾਂ ਉਹ ਤਾਂ ਇਲੀਗਲ ਕਾਰਵਾਈ ਹੈ, ਉਹ ਤਾਂ ਇਲੀਗਲ ਕਾਰਵਾਈ ਹੈ। ਤੇ ਤੁਸੀਂ ਮੰਨ ਲਓ ਇਹ ਗੱਲ ਕਹਿ ਰਹੇ ਹੋ, ਕਿਸੇ ਵੀ ਮੈਂ ਤੇ ਅੱਜ ਤੱਕ ਇਹੋ ਜਿਹਾ ਕੋਈ ਰੂਟ ਨਹੀਂ ਦੇਖਿਆ, ਕੋਈ ਪਰਮਿਟ ਨਹੀਂ ਦੇਖਿਆ ਆਪਣੀ ਲਾਈਫ 'ਚ ਜਿਹੜਾ ਘਰ ਘਰ ਤੋਂ ਕੋਈ ਚੰਨੀ ਦਾ ਸੈਕਟਰ ਦਾ ਨਾਰਾ ਨਹੀਂ ਹੈ ਕਿ ਘਰ ਘਰ ਨੌਕਰੀ ਤੇ ਘਰ ਘਰ ਦਾ ਐਸਾ ਨਹੀਂ ਹੈ। ਔਰ ਇਹੀ ਤਾਂ ਗੱਲ ਦਾ ਰੌਲਾ ਹੈ, ਉਹਨਾਂ ਦੇ ਕੋਲ ਜੋ ਪਰਮਿਟ ਹੈ ਉਹ ਇੱਕ ਥਾਂ ਤੋਂ ਸਵਾਰੀ ਚੁੱਕ ਕੇ ਦੂਜੇ ਥਾਂ ਤੇ ਲਾ ਸਕਦੇ ਆ, ਥਾਂ ਤੋਂ ਨਹੀਂ। ਜੀ ਹਾਂ, ਬਿਲਕੁਲ 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 ਬਿਲਕੁਲ, ਇਹੀ ਤੇ ਉਹ ਚੰਮਦੀਆਂ ਚਲਾਈਆਂ ਨਾ। ਮਸਲਾ ਤੇ ਇਹ ਹੈ ਜਦੋਂ ਤੁਹਾਡੇ ਕੋਲ ਪਰਮਿਟ ਇੱਕ ਬੱਸ ਸਟਾਪ ਤੇ ਖਲੋਣਾ, ਉਹਦੇ ਉੱਥੇ ਖਲੋਣਾ ਨਾ, ਘਰ ਘਰ ਤੇ ਕਦੇ ਵੀ ਨਹੀਂ। ਘਰ ਘਰ ਤੇ ਮਤਲਬ ਖੈਰ ਆੜੀ, ਮੈਂ ਹੁਣ ਲੰਬਾ ਸਮਾਂ ਰਾਤ ਨੂੰ ਸੁਣਾਊਂਗਾ ਤੁਹਾਨੂੰ ਘਰ ਘਰ ਵਾਲੀ ਸਟੋਰੀ। ਯਾਰਾਂ ਨੇ ਵੀ ਟਿਕਟ ਲਈ ਸੀ, ਕਹਿੰਦੇ ਘਰ ਘਰ ਲਾਉਂਦੇ, AC ਗੱਡੀਆਂ ਸੀ, ਵਾਕਈ AC ਵਾਲੀ ਸਟੋਰੀ ਵੀ ਸੁਣਾਊਂਗਾ। ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰੂੰ ਜਿਨ੍ਹਾਂ ਨੇ ਸਾਡੀ ਸਪੋਰਟ ਵੀ ਕੀਤੀ ਉਸ ਵਕਤ। ਭਲਿਆ ਵੇਲਿਆਂ ਦੀ ਗੱਲ, ਅਰਸ਼ੋ ਤੋਂ ਸਿਰਫ 2 ਸਾਲ ਦਾ ਸੀ, ਪੰਜਾਬ ਉਦੋਂ ਵੀ ਚੱਲਦੀ ਸੀ ਬਸ। ਪੰਜਾਬ ਵਿੱਚ ਕਾਂਗਰਸ ਨਹੀਂ ਦੇਵੇਗੀ CM ਫੇਸ, ਕੀ ਲੱਗਦਾ ਤੁਹਾਨੂੰ? ਏਦਾਂ ਲੜਾਈ ਹੋਊਗੀ? ਏਦਾਂ ਵੀ ਬਣਦੇ ਪਏ ਨੇ, ਸਾਰੇ ਏਦਾਂ ਵੀ ਬਣਦੇ ਪਏ ਨੇ ਕਿ ਉਹ ਜਿਹੜੇ 3 ਫੇਸ ਨੇ ਉਹਨਾਂ ਨੂੰ ਸਾਂਝੇ ਰੂਪ ਚ ਅੱਗੇ ਰੱਖ ਕੇ, ਮਸਲਨ ਸੁਨੀਲ ਜਾਖੜ, ਚਰਨਜੀਤ ਸਿੰਘ ਤੇ ਨਵਜੋਤ ਸਿੰਘ, ਇਹ ਤਿੰਨਾਂ ਨੂੰ ਮਤਲਬ ਕਿ ਅੱਗੇ ਰੱਖ ਕੇ ਲਿਜਾਣਾ ਚਾਹੁੰਦੇ ਆ। ਕਿਉਂਕਿ ਪਿਛਲੇ ਦਿਨ ਇਹਨਾਂ ਦੀ ਦਿੱਲੀ 'ਚ ਬੈਠਕ ਹੋਈ ਆ, ਇਸ ਬਾਬਤ ਚਰਚਾ ਹੋਈ ਆ। ਉਸ ਚਰਚਾ 'ਚ ਜਿੰਨੀ ਕੋਈ ਗੱਲ ਨਿਕਲੀ ਆ, ਜਿੰਨੀ ਕੋਈ ਗੱਲ ਪਕੜ 'ਚ ਆਉਂਦੀ ਹੈ ਕਿ ਉਹ ਕਹਿੰਦੇ ਆ ਕਿ ਇੱਕ ਨੂੰ ਫੇਸ ਬਣਾਵਾਂਗੇ ਤਾਂ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਨੇ, ਦੂਸਰੇ ਜਿਹੜੇ ਸਾਡੇ ਵੋਟ ਬੈਂਕ ਆ, ਉਹ ਨਾਰਾਜ਼ ਹੋਣਗੇ। ਖਾਸ ਤੌਰ ਤੇ ਹੁਣ ਜੇ ਚਰਨਜੀਤ ਸਿੰਘ ਨੂੰ ਬਦਲਦੇ ਆ ਤਾਂ SC ਭਾਈਚਾਰਾ ਜਿਨ੍ਹਾਂ ਦੀ ਬਹੁਤ ਵੱਡੀ ਵੋਟ ਹੈ ਤੇ ਉਹ ਵੀ ਕਿਤੇ ਨਾ ਕਿਤੇ ਖਫਾ ਹੋ ਸਕਦਾ ਹੈ ਮੌਕੇ ਤੇ। ਲੱਗਦਾ ਇਹੀ ਹੈ ਕਿ 3 ਫੇਸ ਜਿਹੜੇ ਆ, ਵੈਸੇ ਆਪਾਂ ਕਹਿੰਦੇ ਨੇ 3 ਫੇਸ ਸਪਲਾਈ ਆਉਂਦੀ ਆ, ਇਹ 3 ਫੇਸ ਸਪਲਾਈ ਹੀ ਜਾਊਗੀ ਐਤਕੀ ਇਲੈਕਸ਼ਨਾਂ 'ਚ। ਲੱਗਦਾ 3 ਫੇਸ ਸਪਲਾਈ। ਚਲੋ ਵੇਖੋ, 3 ਫੇਸ ਵੀ ਕਿਸੇ ਵੇਲੇ 1 ਫੇਸ 2 ਫੇਸ ਉੱਡੇ ਹੁੰਦੇ ਤੇ ਜਿਹੜਾ ਗੁਜ਼ਾਰਾ ਕਰ ਲੈਂਦਾ ਆ। ਬਹੁਤ ਬਹੁਤ ਧੰਨਵਾਦ। ਇੱਕ ਜਿਹੜੀ ਆਰਮੀ ਪਬਲਿਕ ਸਕੂਲ ਵਿੱਚੋਂ ਪੰਜਾਬੀ ਹਟਾਉਣ ਵਾਲੀ ਗੱਲ ਹੈ, ਉਹਦੇ ਤੇ ਮਾੜੀ ਜੀ ਗੱਲ ਕਰ ਲਈਏ ਇੱਕ ਅੱਧੇ ਮਿੰਟ 'ਚ। ਹਾਂਜੀ ਦੇਖੋ, ਆਰਮੀ ਪਬਲਿਕ ਸਕੂਲਾਂ ਦੇ ਵਿੱਚੋਂ ਪੰਜਾਬੀ ਹਟਾਈ ਗਈ ਆ, ਪਰ ਬੜੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਵਿੱਚੋਂ ਕੋਈ ਵੀ ਬੰਦਾ ਬੋਲਿਆ ਨਹੀਂ ਇਸ ਮਾਮਲੇ 'ਚ। ਇਹ ਬੜੀ ਮੈਂ ਕਹੂੰਗਾ ਕਿ ਮਾੜੀ ਗੱਲ ਆ। ਨਾ ਕੋਈ ਖਬਰਾਂ ਸ਼ਬਦਾਂ ਕੋਈ ਬਹੁਤੀਆਂ ਲੱਗੀਆਂ ਨੇ,
ਨਾ ਹੀ ਕਿਸੇ ਦਾ ਬਿਆਨ ਆਇਆ। ਮੈਂ ਬਿਆਨ ਇੱਕ ਵੇਖਿਆ ਸੀਗਾ, ਤਰਲੋਚਨ ਸਿੰਘ ਜ਼ਰੂਰ ਬੋਲੇ ਇਸ ਮੁੱਦੇ ਤੇ। ਤਰਲੋਚਨ ਸਿੰਘ ਨੇ ਜ਼ਰੂਰ ਆਖਿਆ ਕਿ ਇਹ ਬਹੁਤ ਗਲਤ ਗੱਲ ਹੈ, ਤੁਸੀਂ ਪੰਜਾਬ ਦੇ ਵਿੱਚੋਂ ਹੀ ਇਸ ਤਰ੍ਹਾਂ ਦੀ ਪੰਜਾਬੀ ਹਟਾ ਰਹੇ ਹੋ, ਤੇ ਬਹੁਤ ਗਲਤ ਗੱਲ ਹੈ। ਔਰ ਮੈਂ ਵੀ ਮੰਨਦਾ ਕਿ ਬਹੁਤ ਗਲਤ ਗੱਲ ਹੈ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਨਹੀਂ ਹਟਾਉਣਾ ਚਾਹੀਦਾ। ਔਰ ਪੰਜਾਬ ਦੀ ਤਾਂ ਗੱਲ ਠੀਕ ਹੈ, ਜਿਹੜੇ ਪੰਜਾਬੀ ਨੇ ਉਹ ਆਰਮੀ ਦੇ ਵਿੱਚ ਕੀ ਥਾਂ ਰੱਖਦੇ ਨੇ, ਕੀ ਉਹਨਾਂ ਦਾ ਜੋਸ਼ ਹੈ, ਕੀ ਜਜ਼ਬਾ ਹੈ, ਕੀ ਉਹਨਾਂ ਦਾ ਇਤਿਹਾਸ ਹੈ, ਉਹ ਦੱਸਣ ਦੀ ਜ਼ਰੂਰਤ ਨਹੀਂ ਹੈ। ਵਾਰ-ਵਾਰ ਆਪਦੇ ਬਿਲਕੁਲ 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 ਕਹਿਣ ਦਾ ਮਤਲਬ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਮੱਦੇਨਜ਼ਰ ਰੱਖਣੀਆਂ ਚਾਹੀਦੀਆਂ ਕਿ ਬਕਾਰੇ ਤੇ ਬੁਲੇ ਸੋਹਣੇ ਆਉਂਦੇ ਪੰਜਾਬੀ ਚ ਲੱਗਦੇ ਆ, ਪੰਜਾਬੀ ਚ ਲੱਗਦੇ ਤੇ ਪੜ੍ਹਾਈ ਪੰਜਾਬੀ ਦੀ ਕਿਉਂ ਇਸ ਤਰ੍ਹਾਂ ਛੱਡੀ ਜਾ ਰਹੀ ਹੈ। ਸਾਨੂੰ ਤੋਂ ਪਰੇ ਦੀ ਗੱਲ ਹੈ, ਇਸ ਗੱਲ ਨੂੰ ਅੱਗੇ ਲਿਜਾਣਾ ਚਾਹੀਦਾ। ਔਰ ਇਸ ਗੱਲ ਤੇ ਕਿਤੇ ਨਾ ਕਿਤੇ ਜਿਹੜੇ ਪੋਲੀਟੀਸ਼ੀਅਨ, ਪਰ ਪੋਲੀਟੀਸ਼ੀਅਨ ਤੇ ਆਪਣੀਆਂ ਲੜਾਈਆਂ, ਬਿਲਕੁਲ ਉਹਨਾਂ ਨੂੰ ਕੋਈ ਗੱਲਬਾਤ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਰਾਤ ਨੂੰ ਮਿਲਦੇ ਹਾਂ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।